प्रभ पावै मानुख गत पावै। प्रभ पावै तां पत्थर तरावै। प्रभ भावै बिन सास ते रखै। प्रभ भावै तां हर गुण भखै। प्रभ भावै तां पतित उदारै। आप करै आपन विचार। दोहां आश्रयां का आप स्वामी। खिलै बिकसै अंतरयामी। जो भावै सो कार कमावै। नानक दृष्टि अवर ना आवै। कबीर नाम किया ना करेंगे। ना कर सकै शरीर। क्या जानो किछ हर किया। पयो कबीर कबीर। विसर नाही दातार अपना नाम देहो। गुण गावा दिन रात। नानक चाओ ज़हूर हाजरा हजूर सर्व कला भरपूर समर्थ गुरु। लोक परलोक दे रखियक ज्ञान दा सागर सतगुरां दी पावन पवित्र स्वरूप जोत धन धन श्री गुरु ग्रंथ साहिब जी महाराज सतगुरु जी दी पावन पवित्र हजूरी दे विच गोद दे विच गुरु शब्द दे नाल जुड़ बैठी साध संगत जी धनता दे योग वडभागे हो। महाराज जी ने कृपा मेहर कीती है। जीवन जीवन श्वास अनमोल जीवन दीयां घड़ियां सानू बख्शियां हन सफल करन दे लई। सफल मूरत सफला घड़ी जित सच्चे नाल प्यार। धन सो वेला जित दर्शन करना। हाँ बलहारी सतगुर चरना। वेला समा धन है जदों सतगुर मिलते ने। वो समा बहुत कीमती है जदों गुरु ग्रंथ साहब महाराज जी की बाणी मिलती है, संगत मिलती है।
ਜੋ ਜੀਵਨ ਦੇ ਵਿੱਚ ਸਮਾਂ ਅਸੀਂ ਬਿਤਾਉਂਦੇ ਹਾਂ ਉਸ ਨੂੰ ਟਾਈਮ ਪਾਸ ਕਹਿੰਦੇ। ਉਹ ਸਮਾਂ ਹੋ ਸਕਦਾ ਲਿਖੇ ਵਿੱਚ ਨਾ ਹੋਵੇ। ਜੋ ਗੁਰੂ ਦੀ ਯਾਦ ਦੇ ਵਿੱਚ ਸਮਾਂ ਗੁਜ਼ਰਦਾ ਲੰਘਦਾ ਉਸ ਨੂੰ ਗੁਰਬਾਣੀ ਮੁਤਾਬਕ ਅਸੀਂ ਸਫਲ ਕਹਿ ਸਕਦੇ ਹਾਂ। ਕਿਉਂ ਸਫਲ ਹੈ? ਕਿਉਂਕਿ ਸਫਲ ਦੇ ਨਾਲ ਜੁੜਨਾ ਸਫਲਤਾ ਦਾ ਮਿਲਣਾ ਹੈ। ਕਿਸੇ ਸਫਲ ਦੇ ਨਾਲ ਜੁੜਿਆ ਜਾਏ ਉਹ ਸਾਨੂੰ ਸਫਲਤਾ ਦਾ ਰਾਜ ਦੱਸ ਦਿੰਦਾ। ਕਿਸੇ ਸਫਲ ਵਿਅਕਤੀ ਦੇ ਨਾਲ ਜੁੜਿਆ ਜਾਏ ਉਹ ਆਪਣੀ ਸਫਲਤਾ ਦਾ ਸਾਨੂੰ ਰਾਜ ਦੱਸ ਦਿੰਦਾ ਤੇ ਸੁਣਨ ਵਾਲਾ ਵੀ ਸਫਲ ਹੋ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਸਤਿਗੁਰੂ ਜੀ ਹਨ ਤੇ ਉਹ ਸਫਲ ਹਨ। ਆਪ ਵੀ ਸਫਲ ਹਨ ਤੇ ਸਫਲ ਬਣਾਉਂਦੇ ਹਨ। ਆਪ ਵੀ ਉਹਨਾਂ ਦੀ ਯਾਤਰਾ ਸਫਲ ਹੈ ਤੇ ਸਾਡੀ ਯਾਤਰਾ ਨੂੰ ਵੀ ਸਫਲ ਬਣਾਉਂਦੇ ਹਨ। ਇਸ ਲਈ ਅਸੀਂ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਕੀਰਤਨ, ਕਥਾ, ਵਿਚਾਰ ਸਰਵਣ ਕਰਨੇ ਚਾਹੀਦੇ ਨੇ ਕਿਉਂਕਿ ਇਹ ਸਫਲ ਹਨ। ਇਹਨਾਂ ਦੇ ਕੋਲ ਬੈਠਣ ਦੇ ਨਾਲ ਸਫਲ ਘੜੀਆਂ ਹੁੰਦੀਆਂ ਹਨ, ਸਫਲ ਸਮਾਂ ਹੁੰਦਾ। ਸੰਸਾਰ ਦੇ ਵਿੱਚ ਸਮੇਂ ਨੂੰ ਸਫਲ ਬਣਾਉਣਾ ਬੜਾ ਮੁਸ਼ਕਿਲ ਹੈ। ਬਣ ਜਾਂਦਾ ਬੜਾ ਮੁਸ਼ਕਿਲ ਹੈ, ਪਰ ਸ਼ੁਰੂਆਤ ਜਿਹੜੀ ਹੈ ਉਹ ਸੰਗਤ ਦੇ ਵਿੱਚੋਂ ਹੀ ਹੁੰਦੀ ਹੈ। ਸਮਾਂ ਸਾਡਾ ਸਫਲ ਬਣੇ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਹਮੇਸ਼ਾ ਦੇਖੋ ਸੰਗਤ ਰਾਹੀਂ ਹੁੰਦੀ ਹੈ। ਕਦੀ ਵੀ ਬੰਦਾ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਉਸ ਨੂੰ ਕੋਈ ਸਪੋਰਟ ਜਾਂ ਕੋਈ ਹੈਲਪ ਨਾ ਮਿਲੇ। ਆਮ ਕਰਕੇ ਪੁੱਛਿਆ ਜਾਂਦਾ ਭਈ ਤੂੰ ਇੰਨਾ ਸਫਲ ਹੋਇਆ, ਤੇਰੀ ਸਫਲਤਾ ਦਾ ਰਾਜ ਕੀ ਹੈ? ਸਫਲਤਾ ਦੇ ਵਿੱਚ ਹੱਥ ਕਿਹਦਾ ਹੈ? ਉਹ ਬੰਦਾ ਦੱਸਦਾ ਮੇਰੇ ਫਰੈਂਡ ਦਾ, ਮੇਰੇ ਪਾਰਟਨਰ ਦਾ, ਮੇਰੇ ਪਿਤਾ ਦਾ, ਮੇਰੀ ਮਾਂ ਦਾ, ਮੇਰੇ ਫਲਾਣੇ ਦਾ। ਇਹਦੇ ਵਿੱਚ ਬਹੁਤ ਰੋਲ ਹੈ। ਮੈਂ ਤਾਂ ਸਫਲ ਹੋਇਆ। ਤੇ ਅਸੀਂ ਕਲਯੁਗੀ ਜੀਵ ਹਾਂ ਤੇ ਜ਼ਿੰਦਗੀ ਸਾਡੀ ਬਹੁਤ ਪਿਆਰੀ ਹੈ, ਬਹੁਤ ਕੀਮਤੀ ਹੈ। ਜ਼ਿੰਦਗੀ ਸਾਡੀ ਬਹੁਤ ਕੀਮਤੀ ਹੈ। ਜਿੰਨੇ ਅੰਗ ਹਨ ਸਾਡੇ ਸਰੀਰ ਦੇ ਬੋਡੀ ਪਾਰਟਸ ਬਹੁਤ ਮਹਿੰਗੇ ਹਨ, ਬਹੁਤ ਕੀਮਤੀ ਹਨ। ਇਸ ਲਈ ਇਹਨਾਂ ਨੂੰ ਅਸੀਂ ਸਫਲ ਕਰਨਾ, ਇਹਨਾਂ ਨੂੰ ਅਸੀਂ ਬਚਾ ਕੇ ਰੱਖਣਾ, ਇਹਨਾਂ ਨੂੰ ਅਸੀਂ ਸੰਭਾਲ ਕੇ ਰੱਖਣਾ। ਇਹ ਮੁੜ ਮੁੜ ਨਹੀਂ ਮਿਲਦੇ। ਸਰੀਰ ਮੁੜ ਮੁੜ ਨਹੀਂ ਮਿਲਦਾ। ਮਿੱਤਰ ਵਾਰ-ਵਾਰ ਨਹੀਂ ਮਿਲਦੇ। ਭੈਣ ਭਰਾ ਵਾਰ-ਵਾਰ ਨਹੀਂ ਮਿਲਦੇ। ਮਾਂ-ਬਾਪ ਵਾਰ-ਵਾਰ ਨਹੀਂ ਮਿਲਦੇ। ਗੁਰੂ ਵੀ ਵਾਰ-ਵਾਰ ਨਹੀਂ ਮਿਲਦਾ। ਬੜਾ ਹੀ ਮੁਸ਼ਕਲ ਹੈ। ਕਿਉਂ? ਬਾਣੀ ਵਿੱਚ ਲਿਖਿਆ ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਨ ਕੀਏ ਤੇਰੀ ਵਰੀਆ। ਲੱਖ 84 ਭਰਮ ਤੇ ਦੁਰਲਭ ਜਨਮ ਪਾਏ ਹੋਏ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਬੜੇ ਚਿਰ ਬਾਅਦ, ਚਿਰੰਕਾਲ ਇਹ ਦੇਹ ਸੰਜਰੀ ਹੈ। ਬੜੇ ਚਿਰਾਂ ਬਾਅਦ ਦੇਹ ਮਿਲੀ ਹੈ। ਜਿਨ੍ਹਾਂ ਦੀ ਦੇਹੀ ਖਰਾਬ ਹੁੰਦੀ ਹੈ, ਜਿਨ੍ਹਾਂ ਦੀ ਦੇਹੀ ਖਤਮ ਹੁੰਦੀ ਹੈ, ਅੰਦਾਜ਼ਾ ਲਾਉਣਾ ਬੜਾ ਹੀ ਮੁਸ਼ਕਿਲ ਹੈ ਵੀ ਕੀ ਬੀਤਦੀ। ਅਸੀਂ ਠੀਕ ਠਾਕ ਹਾਂ, ਖਾਂਦੇ ਪੀਂਦੇ ਹਾਂ, ਧਿਆਨ ਦੇਣਾ, ਬਹਿੰਦੇ ਉੱਠਦੇ ਹਾਂ। ਇਸ ਕਰਕੇ ਸਾਨੂੰ ਬਹੁਤਾ ਜ਼ਿਆਦਾ ਅਹਿਸਾਸ ਨਹੀਂ ਹੈ। ਜੋ ਪ੍ਰੋਪਰ ਆਪਣੇ ਹੱਥਾਂ ਦੇ ਨਾਲ ਰੋਟੀ ਵੀ ਨਹੀਂ ਖਾ ਸਕਦਾ, ਜੋ ਆਪ ਉੱਠ ਕੇ ਕੋਈ ਆਪਣੀ ਸਰੀਰਕ ਕਿਰਿਆ ਵੀ ਨਹੀਂ ਕਰ ਸਕਦਾ, ਜੋ ਆਪ ਆਪਣੇ ਮਨ ਪਸੰਦ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਕਰ ਨਹੀਂ ਸਕਦਾ,
ਉਹਨੂੰ ਪੁੱਛਿਆ ਜਾ ਸਕਦਾ ਹੈ ਜ਼ਿੰਦਗੀ ਦੇ ਪਲ, ਜ਼ਿੰਦਗੀ, ਇਹ ਸਰੀਰ, ਜੀਵਨ ਕਿੰਨਾ ਕੀਮਤੀ ਹੈ। ਕਿਉਂਕਿ ਕੀਮਤੀ ਚੀਜ਼ ਦੀ ਕਦਰ ਦਾ ਉਦੋਂ ਪਤਾ ਲੱਗਦਾ ਹੈ, ਉਦੋਂ ਕਦਰ ਹੁੰਦੀ ਹੈ ਜਦੋਂ ਉਹ ਚੀਜ਼ ਮਿਸ ਹੁੰਦੀ ਹੈ। ਜਦੋਂ ਕੋਈ ਚੀਜ਼ ਸਾਡੇ ਕੋਲ ਨਾ ਹੋਵੇ ਤਾਂ ਉਸ ਦੀ ਕਦਰ ਹੁੰਦੀ ਹੈ। ਕਿਸੇ ਕੋਲ ਸਪੋਜ਼ ਇੱਕ ਕੋਈ ਗੱਡੀ ਹੈ ਜਿਸ ਤੇ ਉਹ ਆਉਂਦਾ ਜਾਂਦਾ, ਜੌਬ ਤੇ ਜਾਂਦਾ, ਯਾਤਰਾ ਕਰਦਾ, ਜੇ ਕਿਸੇ ਦਿਨ ਉਹ ਗੱਡੀ ਖਰਾਬ ਹੋ ਜਾਏ, ਆਪਣੇ ਕੰਮ ਤੇ ਨਾ ਜਾ ਪਾਏ ਔਰ ਕਿਸੇ ਕੋਲੋਂ ਉਧਾਰੀ ਚੀਜ਼ ਮੰਗਿਆ ਵੀ ਮਿਲੇ ਨਾ, ਫਿਰ ਪਤਾ ਲੱਗਦਾ ਵੀ ਆਪਣੇ ਘਰ ਤੇ ਭਾਵੇਂ ਨੋਰਮਲ ਹੀ ਚੀਜ਼ ਹੈ, ਉਹਦੀ ਬਹੁਤ ਕੀਮਤ ਹੈ। ਧਿਆਨ ਦੇਣਾ, ਅੱਜ ਸਾਡੇ ਕੋਲ ਪੈਸਾ, ਰੁਪਈਆ, ਡਾਲਰ, ਯੂਰੋ ਹੈ ਜਾਂ ਕਰੰਸੀ ਕੋਈ ਵੀ, ਸਾਨੂੰ ਇੱਦਾਂ ਲੱਗਦਾ ਵੀ ਅਸੀਂ ਅਮੀਰ ਹਾਂ, ਸਾਡਾ ਸੰਸਾਰ ਹੀ ਸਾਰਾ ਆਪਣਾ ਹੈ, ਕੋਈ ਪਰਵਾਹ ਨਹੀਂ। ਜੋ ਚਾਹੀਏ ਖਰੀਦ ਸਕਦੇ ਹਾਂ, ਜੋ ਚਾਹੀਏ ਖਾ ਪਹਿਨ ਸਕਦੇ ਹਾਂ। ਪਰ ਧਿਆਨ ਦੇਣਾ, ਜ਼ਿੰਦਗੀ ਵਿੱਚ ਕਦੀ ਕਦਾਈ ਟਾਈਮ ਇਸ ਤਰ੍ਹਾਂ ਦਾ ਆਉਂਦਾ ਜਦੋਂ ਜੇਬ ਦੇ ਵਿੱਚ ਕੋਈ ਪੈਸਾ ਨਹੀਂ ਹੁੰਦਾ, ਫਿਰ ਸਾਨੂੰ 1 ਰੁਪਈਏ, 1 ਡਾਲਰ, 1 ਯੂਰੋ ਦੀ ਕੀਮਤ ਦਾ ਵੀ ਪਤਾ ਲੱਗਦਾ। ਸੰਗ ਆਉਂਦੀ ਹੈ ਵੀ ਕਿਹਦੇ ਕੋਲ ਮੰਗੀਏ, 10, 20, 50, 100 ਚੰਗਾ ਲੱਗਦਾ, ਇੱਕ ਵਾਰੀ ਮੰਗ ਲਵਾਂਗੇ, ਦੂਸਰੀ ਵਾਰ ਕਿਵੇਂ ਮੰਗਾਂਗੇ, ਅਗਲਾ ਵੀ ਦੇਣ ਲੱਗਾ, ਫਿਰ ਥੋੜਾ ਜਿਹਾ ਕੰਨੀ ਕਤਰਾਉਂਦਾ। ਕਹਿਣ ਦਾ ਮਤਲਬ ਹੈ ਜਦੋਂ ਉਹ ਚੀਜ਼ ਕੋਲ ਹੁੰਦੀ ਹੈ ਉਦੋਂ ਉਸ ਦੀ ਕਦਰ ਬਹੁਤ ਘੱਟ ਹੁੰਦੀ ਹੈ। ਜਦੋਂ ਚੀਜ਼ ਉਹ ਚਲੀ ਜਾਂਦੀ ਹੈ, ਕੋਲ ਨਹੀਂ ਹੁੰਦੀ, ਉਦੋਂ ਉਹਦੀ ਕਦਰ ਬਹੁਤ ਹੁੰਦੀ ਹੈ। ਜਾਂ ਇੰਝ ਕਹਿ ਸਕਦੇ ਹਾਂ, ਹੋਰ ਸੌਖੀਆਂ ਉਦਾਹਰਨ, ਜਦੋਂ ਬਚਪਨ ਸਾਡੇ ਕੋਲ ਸੀ ਤੇ ਉਦੋਂ ਸਾਨੂੰ ਬਚਪਨ ਬਾਰੇ ਇੰਨਾ ਗਿਆਨ ਨਹੀਂ ਸੀ, ਬਚਪਨ ਦੀ ਕਦਰ ਦਾ ਨਹੀਂ ਪਤਾ ਸੀ, ਬਚਪਨ ਬਸ ਹੱਸ ਖੇਲ ਕੇ ਗਵਾ ਲਿਆ। ਜਦੋਂ ਕਿ ਬੇਸ ਜਿਹੜਾ ਜ਼ਿੰਦਗੀ ਦਾ ਬਚਪਨ ਚੋਂ ਬਣਦਾ, ਜੇ ਕੋਈ ਮਾਂ ਬਾਪ, ਪੇਰੈਂਟਸ ਬੱਚੇ ਨੂੰ ਸਹੀ ਪਾਸੇ ਗਾਈਡ ਕਰ ਦੇਣ। ਜੋਬਨ ਸੀ, ਜੋਬਨ ਦੀ ਸਾਨੂੰ ਇੰਨੀ ਉਸ ਵੇਲੇ ਕਦਰ ਨਹੀਂ ਸੀ, ਜਦੋਂ ਹੱਥ ਪੈਰ ਜਿਹੜੇ ਨੇ ਬਹੁਤ ਤਾਕਤਵਰ ਸਨ, ਸਰੀਰ ਬੜਾ ਤਾਕਤ ਵਾਲਾ ਸੀ, ਸੋਚ ਬੜੀ ਵਧੀਆ ਸੀ। ਵਧੀਆ ਦਾ ਮਤਲਬ ਵੀ ਹਰ ਚੀਜ਼ ਨੂੰ ਇਹ ਕਰ ਲੈਂਦਾ ਸੀ, ਹਰ ਚੀਜ਼ ਨੂੰ ਯਾਦ ਰੱਖਦਾ ਸੀ, ਯਾਦ ਭੁੱਲਦੀ ਨਹੀਂ ਸੀ, ਜਿੱਧਰ ਜਾਣਾ ਚੱਲ ਕੇ ਜਾ ਸਕਦਾ ਸੀ, ਕਿਉਂਕਿ ਸਰੀਰ ਦੇ ਵਿੱਚ ਪੂਰੀ ਤਾਕਤ, ਦਮ ਸੀ। ਪਰ ਉਹ ਚੀਜ਼ ਦੀ ਉਸ ਵੇਲੇ ਕਦਰ ਨਹੀਂ ਸੀ। ਜਵਾਨੀ ਵਾਲੇ ਨੂੰ ਜੋਬਨ ਦੀ ਕਦਰ ਬਾਅਦ ਵਿੱਚ ਪਤਾ ਲੱਗਦਾ, ਜਦੋਂ ਬੁਢੇਪਾ ਹੁੰਦਾ, ਉਦੋਂ ਪਤਾ ਲੱਗਦਾ। ਉਦੋਂ ਪਤਾ ਲੱਗਦਾ ਵੀ ਜੋਬਨ ਦੇ ਵਿੱਚ ਮੈਂ ਇਹ ਸਾਰੀਆਂ ਚੀਜ਼ਾਂ ਜਵਾਨੀ ਦੇ ਵਿੱਚ ਕਰ ਸਕਦਾ ਸੀ, ਜਿਹੜੀਆਂ ਅੱਜ ਮੇਰੇ ਕੋਲ ਹੋ ਨਹੀਂ ਰਹੀਆਂ। ਮੈਂ ਅੱਜ ਧਰਮ ਕਮਾਉਣਾ ਚਾਹੁੰਦਾ, ਅੱਜ ਮੈਂ ਸੇਵਾ ਕਰਨੀ ਚਾਹੁੰਦਾ, ਅੱਜ ਮੈਂ 2-3 ਘੰਟੇ ਚੌਂਕੜਾ ਲਾਉਣਾ ਚਾਹੁੰਦਾ, ਲੱਗਦਾ ਨਹੀਂ, ਕਿਉਂਕਿ ਉਹ ਤਾਕਤ ਜਦੋਂ ਮਿਸ ਹੋ ਗਈ, ਚਲੀ ਗਈ ਜਵਾਨੀ ਦੀ, ਹੁਣ ਪਤਾ ਲੱਗਿਆ, ਹੁਣ ਪਤਾ ਲੱਗਿਆ। ਸੋ ਬੇਨਤੀ ਮੈਂ ਕਰ ਰਿਹਾ ਵੀ ਜਦੋਂ ਕੋਈ ਚੀਜ਼ ਕੋਲ ਹੁੰਦੀ ਹੈ ਉਹਦੀ ਬਹੁਤੀ ਕਦਰ ਨਹੀਂ ਹੁੰਦੀ, ਜਦੋਂ ਕੋਈ ਚੀਜ਼ ਕੋਲੋਂ ਚਲੀ ਜਾਂਦੀ ਹੈ ਫਿਰ ਉਸ ਦੀ ਕਦਰ ਬਹੁਤ ਹੁੰਦੀ ਹੈ। ਉਸ ਬੰਦੇ ਦੀ ਵੀ ਕਦਰ ਬਹੁਤ ਬੰਦਾ ਘੱਟ ਕਰਦਾ ਹੈ। ਇੱਕ ਦੂਜੇ ਦੀ ਕਦਰ ਬੰਦਾ ਬਹੁਤ ਘੱਟ ਕਰਦਾ ਹੈ। ਜਦ ਬੰਦਾ ਚਲਾ ਜਾਂਦਾ ਫਿਰ ਉਹਦੀਆਂ ਗੱਲਾਂ, ਫਿਰ ਉਹਦੀ ਕਦਰ ਕਰਨ ਦਾ ਕੀ ਫਾਇਦਾ। ਜਦ ਜਿਉਂਦੇ ਜੀ ਕਿਸੇ ਨੇ ਕਿਸੇ ਨੂੰ ਸਮਝਿਆ ਨਾ, ਜਿਉਂਦੇ ਜੀ ਕਿਸੇ ਨੂੰ ਸਮਝਿਆ ਨਾ, ਉਹਦੀ ਕਦਰ ਨਾ ਕੀਤੀ, ਮਰਨ ਤੇ ਬਾਅਦ 4-5 ਗੱਲਾਂ ਕਰ ਲੈਣੀਆਂ, ਕੋਈ ਹਮਦਰਦੀ ਪ੍ਰਗਟ ਕਰ ਲੈਣੀ, ਉਹ ਫੱਬਦਾ ਨਹੀਂ, ਉਹ ਚੰਗਾ ਨਹੀਂ ਲੱਗਦਾ। ਜੇ ਕਿਸੇ ਨੇ ਮੁੱਲ ਪਾਉਣਾ, ਜੇ ਕਿਸੇ ਨੇ ਕਿਸੇ ਨੂੰ ਚੰਗਾ ਕਹਿਣਾ ਤੇ ਉਹ ਜਿਉਂਦੇ ਜੀ ਉਹਦੇ ਮੂੰਹ ਤੇ ਆ ਕੇ, ਮਰੇ ਤੋਂ ਬਾਅਦ ਨਾ ਆ ਕੇ, ਕੌਣ ਦੇਖੇਗਾ। ਜੇ ਕਿਸੇ ਨੇ ਕਿਸੇ ਦੀ ਸਿਫਤ ਕਰਨੀ ਹੈ, ਕਿਸੇ ਦਾ ਦਿਲ ਸ਼ਾਂਤ ਕਰਨਾ ਹੈ, ਉਹ ਜਿਉਂਦੇ ਜੀ ਉਸ ਦਾ ਦਿਲ ਸ਼ਾਂਤ ਕਰੇ, ਉਸ ਨੂੰ ਖੁਸ਼ੀ ਦੇਵੇ। ਮਰਨ ਤੋਂ ਬਾਅਦ ਹਮਦਰਦੀ ਪ੍ਰਗਟ ਕਰਨੀ, ਇਹ ਤੇ ਇੱਕ ਫਾਰਮੈਲਿਟੀ ਹੈ। ਇਸ ਕਰਕੇ
ਵਿਚਾਰ ਚੱਲ ਰਹੀ ਹੈ। ਜਦੋਂ ਤੱਕ ਕੋਲ ਸਮਾਂ ਹੈ ਉਦੋਂ ਤੱਕ ਮਹਾਰਾਜ ਜੀ ਕਹਿੰਦੇ ਸੰਭਲ ਜਾ, ਸੰਭਾਲ ਲੈ, ਕਦਰ ਕਰ ਲੈ। ਤੇ ਜਦੋਂ ਸਮਾਂ ਵੀ ਹੱਥ ਨਹੀਂ ਆਉਣਾ, ਗੁਸਤਾਖੀ ਮਾਫ, ਜਦੋਂ ਕਿਸੇ ਵੀ ਬੰਦੇ ਨੂੰ ਆਪਣੇ ਜੀਵਨ ਦਾ ਅੰਤ ਨਜ਼ਰ ਆਉਂਦਾ ਹੈ ਨਾ, ਧਿਆਨ ਦੇ ਨਾਲ ਦੇਖਣਾ, ਜਦੋਂ ਕਿਸੇ ਵੀ ਬੰਦੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਛੋਟੀ ਦਿਸਣ ਲੱਗਦੀ ਹੈ ਵੀ ਹੁਣ ਥੋੜੇ ਦਿਨ ਥੋੜ੍ਹੇ ਪਏ ਭਇਆ ਪੁਰਾਣਾ ਚੋਲਾ, ਤੇ ਫਿਰ ਬੰਦਾ ਕਦਰ ਕਰਨੀ ਸ਼ੁਰੂ ਕਰ ਦਿੰਦਾ ਸਮੇਂ ਦੀ। ਫਿਰ ਕਦਰ ਕੀ ਕਰਨੀ, ਫਿਰ ਸਮਾਂ ਹੀ ਨਹੀਂ ਹੈ, ਫਿਰ ਕੁਝ ਵੀ ਕਦਰ ਨਹੀਂ ਹੋਣੀ। ਇਸ ਕਰਕੇ ਹਮੇਸ਼ਾ ਮੈਂ ਬੇਨਤੀ ਕਰਦਾ ਹੁੰਦਾ, ਅਸੀਂ ਵੱਡਿਆਂ ਭਾਗਾਂ ਵਾਲੇ ਹਾਂ ਜਿਹੜੇ ਇੱਥੇ ਬਹਿ ਗਏ ਹਾਂ। ਸਾਰੀ ਦੁਨੀਆ ਨਹੀਂ ਬਹਿ ਸਕਦੀ, ਸਾਰੀ ਦੁਨੀਆ ਉੱਠ ਕੇ ਇਸ਼ਨਾਨ ਨਹੀਂ ਕਰ ਸਕਦੀ। ਦੁਨੀਆ ਦੇਖੋ ਕਿਧਰੇ ਜਾ ਕੇ, ਸਰੀਰ ਇਜਾਜ਼ਤ ਨਹੀਂ ਦਿੰਦੇ, ਨਹੀਂ ਉੱਠਿਆ ਜਾਂਦਾ, ਨਹੀਂ ਨਹਾਇਆ ਜਾਂਦਾ, ਨਹੀਂ ਗੁਟਕਾ ਫੜਿਆ ਜਾਂਦਾ, ਨਹੀਂ ਸੇਵਾ ਕੀਤੀ ਜਾਂਦੀ। ਜੇ ਕੋਈ ਇਸ ਤਰ੍ਹਾਂ ਕਰ ਰਿਹਾ ਹੈ, ਜੇ ਕੋਈ ਗੁਰੂ ਦੀ ਗੋਦ ਵਿੱਚ ਆ ਕੇ ਬਹਿ ਰਿਹਾ, ਉਹਦੇ ਨਾਲੋਂ ਵੱਡਿਆਂ ਭਾਗਾਂ ਵਾਲਾ ਦੁਨੀਆ ਦੇ ਵਿੱਚ ਕੋਈ ਨਹੀਂ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੈ ਵੀ ਉਹ ਭਾਗਾਂ ਵਾਲੇ ਹਨ। ਉਹ ਪਹਿਲਾਂ ਹੀ ਨਿਰਮਲ ਹੁੰਦੇ ਨੇ ਤੇ ਹੋਰ ਨਿਰਮਲ ਹੋ ਕੇ ਚਲੇ ਜਾਂਦੇ ਹਨ। ਉਹ ਪਹਿਲਾਂ ਹੀ ਤੇ ਗੁਣਵਾਨ ਹੁੰਦੇ ਨੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਚੰਗੇ ਹੁੰਦੇ ਨੇ ਤਾਂ ਹੀ ਗੁਰੂ ਕਲਾਉਂਦੇ ਨੇ। ਗੁਰੂ ਹੋਰ ਚੰਗੇ ਬਣਾ ਕੇ ਭੇਜ ਦਿੰਦਾ, ਹੋਰ ਚੰਗੇ ਬਣਾ ਕੇ ਭੇਜ ਦਿੰਦਾ। ਇਸ ਕਰਕੇ ਗੁਰੂ ਦੀ ਸੰਗਤ ਸਮਾਂ ਰਹਿੰਦਿਆਂ ਕੀਤੀ ਜਾਏ, ਬਾਅਦ ਵਿੱਚ ਕੋਈ ਪਤਾ ਨਹੀਂ ਇਹ ਸਮਾਂ ਮਿਲਣਾ ਕਿ ਨਹੀਂ ਮਿਲਣਾ। ਪਤਾ ਨਹੀਂ ਜਿਸ ਦਿਨ ਦੀ ਉਡੀਕ ਮੈਂ ਜਾਂ ਤੁਸੀਂ ਕਰ ਰਹੇ ਹਾਂ, ਪਤਾ ਨਹੀਂ ਉਹ ਦਿਨ ਮੇਰੀ ਜਾਂ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਣਾ ਜਾਂ ਨਹੀਂ। ਇਹ ਵਿਚਾਰਾਂ ਜਿਹੜੀਆਂ ਨੇ ਬਾਬੇ ਦੀ ਬਾਣੀ ਦੀਆਂ ਨੇ, ਆਪਣੀਆਂ ਨਹੀਂ, ਪਰਸਨਲ ਨਹੀਂ, ਨਿੱਜੀ ਨਹੀਂ। ਕਿਉਂਕਿ ਬਾਬਾ ਨਾਨਕ ਜੀ ਕਹਿੰਦੇ ਹਨ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ, ਨਾਨਕ ਬਿਨਵੇ ਤਿਸੇ ਸਰੀਵੋ ਜਾ ਕੇ ਜੀ ਪ੍ਰਾਣਾ। ਵੀ ਕੋਈ ਪਤਾ ਨਹੀਂ ਕਿਸੇ ਵੀ ਦਿਨ ਨੂੰ ਮਿੱਥ ਕੇ ਕੋਈ ਕੰਮ ਕਰਨਾ, ਇਹ ਜਿਹੜੀ ਤੇਰੀ ਭੁੱਲ ਹੈ। ਅੱਜ ਹੀ ਕਰ ਦੇ, ਕੋਈ ਵੀ ਕੰਮ ਹੈ ਅੱਜ ਹੀ ਸ਼ੁਰੂਆਤ ਕਰ ਦੇ। ਕੋਈ ਸਾਲ ਦੀ ਵੇਟ ਨਾ ਪਾ, ਕੋਈ ਕਹਿ ਨਾ ਵੀ ਇੰਨੀ ਤਰੀਕ ਨੂੰ ਕਰਾਂਗੇ। ਤਰੀਕਾਂ ਤਰੁਕਾਂ ਕੋਈ ਨਹੀਂ, ਗੁਰਬਾਣੀ ਦੇ ਵਿੱਚ ਲਿਖਿਆ ਹੁਣੇ ਹੀ ਸ਼ੁਰੂ ਕਰ। ਜੇ ਕੋਈ ਕਹੇ ਸਾਨੂੰ ਵੀ ਤੈਨੂੰ ਮੈਂ 10-20 ਲੱਖ ਰੁਪਈਆ ਦੇਣਾ, ਕੋਈ ਕਹਿ ਕੇ ਦੱਸੇ ਵੀ ਸਾਲ ਬਾਅਦ ਦੇ, ਕਹੇਗਾ ਹੁਣੇ ਹੀ ਹੋਣਾ, ਚਾਹੇ ਗੱਡੀ ਕਰਾ ਕੇ ਨਾ ਤੁਰਿਆ ਨਾ ਜਾਵੇ ਤਾਂ ਵੀ ਪਹੁੰਚੇਗਾ। ਇਹਦਾ ਮਤਲਬ ਧਨ ਕੀਮਤੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀਮਤੀ? ਧਨ ਕੀਮਤੀ, ਧਨ ਕੀਮਤੀ ਹੋਇਆ ਨਾ। ਧਨ ਨੂੰ ਲੈਣ ਦੇ ਲਈ ਹੁਣ ਗੁਸਤਾਖੀ ਮਾਫ, ਧਨ ਦੀ ਪ੍ਰਾਪਤੀ ਦੇ ਲਈ ਤੇ ਬੰਦਾ ਜਿੱਥੇ ਮਰਜ਼ੀ ਚਲਾ ਜਾਂਦਾ। ਮੈਂ ਵੀ ਚਲਾ ਜਾਵਾਂਗਾ, ਤੁਸੀਂ ਵੀ। ਤੇ ਜੇ ਕਿਸੇ ਨੂੰ ਕਹੀਏ ਵੀ ਚੱਲ ਪਈ ਸਤ ਸੰਗ ਚਲੀਏ, ਇੱਕ ਥੋੜਾ ਬਹੁਤ ਬਹਾਨੇ ਮਿਲ ਸਕਦੇ ਨੇ। ਬਾਣੀ ਦਾ ਫਰਮਾਨ ਹੈ, ਮੈਂ ਨਹੀਂ ਕਹਿੰਦਾ। ਬਾਣੀ ਕਹਿੰਦੀ ਹੈ ਵੀ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਸੌਣ ਦਾ ਮਤਲਬ ਅੱਖਾਂ ਮੀਟ ਕੇ ਮੰਜੇ ਤੇ ਲੰਮਾ ਪੈਣਾ ਨਹੀਂ ਹੈ ਕੇਵਲ, ਮਤਲਬ ਆਲਸ ਕਰਨਾ, ਅਵੇਸਲਾਪਨ, ਬਹਾਨੇ ਲਾਉਣੇ, ਸੱਚ ਵੱਲ, ਰੱਬ ਵੱਲ, ਨਿਤਨੇਮ ਵੱਲ, ਕਥਾ ਕੀਰਤਨ ਸੁਣਨ ਵੱਲ ਬਹਾਨਾ ਲਾਉਣਾ। ਤੇ ਜਦ ਗੱਲ ਕਿਸੇ ਦੀ ਸ਼ੁਰੂ ਹੋਵੇ, ਭਾਵੇਂ 2 ਘੰਟੇ ਬਤੀਤ ਹੋ ਜਾਣ, ਇਸ ਨੂੰ ਕਹਿੰਦੇ ਨੇ ਬੁਰੇ ਕੰਮ ਕੋ ਊਠ ਖਲੋਇਆ। ਆਓ ਗੁਰੂ ਮਿਹਰ ਕਰੇ, ਸ਼ਬਦ ਦੀ ਵਿਚਾਰ ਅੱਜ ਦੀ ਆਰੰਭ ਕਰਦੇ ਹਾਂ। ਬੜੀ ਪਿਆਰੀ ਵਿਚਾਰ ਹੈ, ਪੰਕਤੀਆਂ ਤੁਸੀਂ ਸਰਵਣ ਕਰ ਲਈਆਂ ਨੇ। ਪੰਕਤੀ ਹੈ 277 ਅੰਗ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੇ ਤਾਂ ਪਾਥਰ ਧਰਾਵੈ। ਮਹਾਰਾਜ ਜੀ ਫਰਮਾਨ ਕਰਦੇ ਨੇ, ਪਰਮਾਤਮਾ ਚਾਹੇ
ਅਕਲੋਂ ਬੇਅਕਲ ਕਰ ਦਿੰਦਾ, ਪਰਮਾਤਮਾ ਚਾਹੇ ਬੇਅਕਲੋਂ ਅਕਲ ਵਾਲੇ ਕਰ ਦਿੰਦਾ। ਜਾਂ ਇਹਦੇ ਕਹੀਏ ਪਰਮਾਤਮਾ ਚਾਹੇ ਸਿਆਣੇ ਵੀ ਬਣਾ ਦਿੰਦਾ, ਪਰਮਾਤਮਾ ਚਾਹੇ ਤੇ ਮੂਰਖ ਵੀ ਬਣਾ ਦਿੰਦਾ, ਪਰਮਾਤਮਾ ਚਾਹੇ ਤੇ ਅਵਗਤ ਵੀ ਰੂਹਾਂ ਜਾ ਸਕਦੀਆਂ ਨੇ, ਪਰਮਾਤਮਾ ਚਾਹੇ ਤੇ ਇਹਦੀ ਮੁਕਤੀ ਗਤੀ ਵੀ ਹੋ ਸਕਦੀ ਹੈ। ਪ੍ਰਭ ਭਾਵੈ ਮਨੁੱਖ ਗਤ ਭਾਵੈ, ਕੇਵਲ ਮਰਨ ਤੋਂ ਬਾਅਦ ਨਹੀਂ, ਜਿਉਂਦੇ ਜੀ। ਜੇ ਪਰਮੇਸ਼ਰ ਰੱਬ ਨੂੰ ਚੰਗਾ ਲੱਗੇ, ਰੱਬ ਨੂੰ ਚੰਗਾ ਕਿਉਂ ਲੱਗੇਗਾ? ਜਦੋਂ ਅਸੀਂ ਕਿਸੇ ਨੂੰ ਚੰਗੇ ਲੱਗਾਂਗੇ ਉਹ ਵੀ ਸਾਨੂੰ ਚੰਗਾ ਲੱਗੇਗਾ। ਜਦੋਂ ਅਸੀਂ ਚੰਗੇ ਨਹੀਂ ਬਣੇ ਤੇ ਪਰਮਾਤਮਾ ਸਾਨੂੰ ਚੰਗਾ ਕਿਵੇਂ ਲੱਗੇਗਾ? ਜਾਂ ਅਸੀਂ ਚੰਗੇ ਨਹੀਂ, ਪਰਮਾਤਮਾ ਨੂੰ ਅਸੀਂ ਚੰਗੇ ਕਿੱਦਾਂ ਲੱਗਾਂਗੇ? ਆਪਣੇ ਢਿੱਡੋਂ ਜੰਮੇ ਵੀ ਕਈ ਵਾਰ ਚੰਗੇ ਨਹੀਂ ਲੱਗਦੇ, ਧਿਆਨ ਦੇਣਾ, ਏਦਾਂ ਵੀ ਹੋ ਜਾਂਦਾ ਨਾ। ਕਈ ਵਾਰ ਆਪਣਾ ਪੁੱਤਰ ਵੀ ਕਈ ਵਾਰ ਜਦੋਂ ਗਾਲੀ ਗਲੋਚ ਕਰਦਾ, ਹੱਥ ਚੱਕਦਾ, ਉਹ ਵੀ ਕਈ ਵਾਰ ਚੰਗਾ ਨਹੀਂ ਨਾ ਲੱਗਦਾ, ਨਹੀਂ ਨਾ ਲੱਗਦਾ। ਤੇ ਮਹਾਰਾਜ ਜੀ ਕਹਿੰਦੇ ਜੇ ਤੂੰ ਰੱਬ ਨੂੰ ਚੰਗਾ ਨਾ ਲੱਗਿਆ ਤੇ ਤੇਰੀ ਗਤੀ ਕਿਵੇਂ ਹੋਏਗੀ? ਜੋ ਰੱਬ ਨੂੰ ਭਾ ਗਏ, ਜੋ ਰੱਬ ਨੂੰ ਭਾ ਗਏ, ਉਹ ਰੱਬ ਕੋਲੋਂ ਬਖਸ਼ਿਸ਼ਾਂ ਲੈ ਗਏ। ਮਤਲਬ ਉਹਨਾਂ ਦੀ ਗਤੀ ਹੋਏਗੀ, ਉਹਨਾਂ ਨੂੰ ਖੁਸ਼ੀਆਂ ਮਿਲਣਗੀਆਂ ਜਿਨ੍ਹਾਂ ਤੇ ਉਹਦੀ ਬਖਸ਼ਿਸ਼ ਹੋਏਗੀ। ਬਖਸ਼ਿਸ਼ ਪ੍ਰਾਪਤ ਕਰਨ ਦੇ ਲਈ ਚੰਗਾ ਬਣਨਾ ਪੈਂਦਾ। ਸੋ ਮਹਾਰਾਜ ਜੀ ਫਰਮਾਨ ਕਰਦੇ ਨੇ, ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਤਰ ਤਰਾਵੈ। ਪੱਥਰ ਦਾ ਮਤਲਬ ਕੋਈ ਸਟੋਨ ਨੂੰ ਨਹੀਂ ਕਿਹਾ, ਕੋਈ ਹਾਰਡ ਚੀਜ਼ ਨੂੰ ਨਹੀਂ ਕਿਹਾ। ਪੱਥਰ ਤਰੀ ਜਾਣ ਨਾ ਤਰਨ, ਅਸੀਂ ਪੱਥਰਾਂ ਕੋਲੋਂ ਕੀ ਲੈਣਾ? ਅਸੀਂ ਪੱਥਰਾਂ ਦਾ ਕਿਹੜਾ ਅਚਾਰ ਪਾ ਕੇ ਉਹਨਾਂ ਨੂੰ ਰੋਟੀ ਨਾਲ ਖਾਣਾ? ਗੱਲ ਉਸ ਪੱਥਰ ਦੀ ਨਹੀਂ, ਗੱਲ ਉਸ ਪੱਥਰ ਦੀ ਹੈ ਜਿਹੜਾ ਸਾਡੇ ਅੰਦਰ ਹੈ। ਸਾਡੇ ਅੰਦਰ ਵੀ ਇੱਕ ਪੱਥਰ ਹੈ। ਕਿਹੜਾ ਪੱਥਰ? ਪੱਥਰ ਦਿਲ, ਪੱਥਰ ਆਤਮਾ ਕਹਿੰਦੇ ਨਹੀਂ, ਉਹ ਤੇ ਪੱਥਰ ਦਿਲ ਹੈ, ਉਹਦੇ ਅੰਦਰ ਦਇਆ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਏਦਾਂ ਦੇ ਪੱਥਰ ਦਿਲ ਇਨਸਾਨਾਂ ਨੂੰ ਵੀ ਜੇ ਕੋਈ ਰੱਬ ਦਾ ਬਣ ਜਾਏ ਨਾ, ਜੇ ਕੋਈ ਪੂਰਨ ਸਤਿਗੁਰੂ ਮਿਲ ਜਾਏ ਤੇ ਤਾਰ ਸਕਦਾ। ਜਿਹਨੂੰ ਸੱਜਣ ਠੱਗ ਇਤਿਹਾਸ ਵਿੱਚ ਆਖਿਆ ਨਾ, ਉਹ ਲੋਕਾਂ ਨੂੰ ਰਾਤ ਨੂੰ ਵੱਢਦਾ ਸੀ, ਗਲੇ ਵੱਢ ਦਿੰਦਾ ਸੀ, ਗਲੇ ਘੁੱਟ ਦਿੰਦਾ ਸੀ, ਮਾਰ ਕੇ ਤਹਿਖਾਨੇ ਵਿੱਚ ਸੁੱਟ ਕੇ ਪਹਿਲਾਂ ਉਹਨਾਂ ਨੂੰ ਰੋਟੀ ਪਾਣੀ ਛਕਾਉਂਦਾ ਸੀ, ਉਹਨਾਂ ਦੀ ਸੇਵਾ ਕਰਦਾ ਸੀ, ਮਿੱਠੇ ਬੋਲ ਬੋਲਦਾ ਸੀ। ਪ੍ਰਭ ਭਾਵੇ ਤਾਂ ਪਾਥਰ ਤਰਾਵੇ। ਏਦਾਂ ਦਾ ਕੰਮ ਕੌਣ ਕਰ ਸਕਦਾ ਹੈ? ਜਿਹਦੇ ਅੰਦਰ ਦਇਆ, ਉਹ ਕਿਸੇ ਨੂੰ ਮਾਰ ਸਕਦਾ? ਨਹੀਂ ਨਾ ਮਾਰ ਸਕਦਾ। ਜਿਹੜਾ ਨਿਰਦਈ ਹੈ, ਇਹਦਾ ਮਤਲਬ ਉਹ ਪੱਥਰ ਦਿਲ ਹੈ, ਉਹ ਹੀ ਮਾਰ ਸਕਦਾ ਹੈ ਨਾ। ਸੱਜਣ ਠੱਗ ਜਿਹੜਾ ਹੈ, ਉਹ ਆਏ ਹੋਏ ਰਾਹੀਆਂ ਨੂੰ ਆਪਣੇ ਘਰ ਰਹਿਣ ਦੇ ਲਈ ਬੁਲਾ ਕੇ, ਬਿਠਾ ਕੇ, ਰਾਤ ਨੂੰ ਰੋਟੀ ਪਾਣੀ ਖਵਾ ਕੇ ਮਾਰ ਦਿੰਦਾ ਸੀ, ਤਹਿਖਾਨੇ ਦੇ ਵਿੱਚ ਸੁੱਟ ਦਿੰਦਾ ਸੀ, ਤੇ ਮਾਲ ਉਹਨਾਂ ਦਾ ਖਜ਼ਾਨਾ, ਪੈਸਾ ਟਕਾ ਲੁੱਟ ਲੈਂਦਾ ਸੀ, ਸਾਂਭ ਲੈਂਦਾ ਸੀ। ਤੇ ਏਦਾਂ ਦਾ ਪੱਥਰ ਦਿਲ ਹੋਰ ਕੌਣ ਹੋ ਸਕਦਾ? ਕੌਡੇ ਰਾਖਸ਼ ਵਰਗੇ ਬਾਰੇ ਲਿਖਿਆ ਵੀ ਉਹਦੇ ਜਿਉਂਦਿਆਂ ਨੂੰ ਹੀ ਤਲ ਤਲ ਕੇ ਖਾ ਜਾਂਦਾ ਸੀ। ਇਹਦਾ ਮਤਲਬ ਉਹ ਪੱਥਰ ਦਿਲ ਸੀ। ਤੇ ਪੱਥਰ ਦਿਲ ਨੂੰ ਮੋਮ ਕਿਸ ਨੇ ਕੀਤਾ? ਪੱਥਰ ਦਿਲ ਨੂੰ ਮੋਮ ਕਿਸ ਨੇ ਕੀਤਾ? ਗੁਰੂ ਨਾਨਕ ਦੀ ਬਾਣੀ ਨੇ, ਗੁਰੂ ਨਾਨਕ ਦੀ ਉਸ ਮਿਹਰ ਨੇ, ਗੁਰੂ ਨਾਨਕ ਦੀ ਬਖਸ਼ਿਸ਼ ਨੇ, ਜਿਸ ਦੇ ਬਾਰੇ ਬਾਣੀ ਵਿੱਚ ਲਿਖਿਆ, ਉਜਲ ਕਿਹਾ ਝਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਜੂਟ ਨਾ ਉਤਰੇ, ਜਿਸੋ ਧੋਵਾਂ ਤਿਸ ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਮਤਲਬ ਸੱਜਣ ਸੱਚਾ ਪਾਤਸ਼ਾਹ ਤੇਰੇ ਨਾਲ ਖੜੇਗਾ, ਤੇਰੇ ਨਾਲ ਚੱਲੇਗਾ, ਪਰ ਉਸ ਨੂੰ ਤੂੰ, ਮਹਾਰਾਜ ਜੀ ਕਹਿੰਦੇ, ਆਪਣਾ ਬਣਾ ਲੈ, ਆਪਣਾ ਬਣਾਉਣਾ ਪੈਣਾ, ਤਾਂ ਤੇਰੇ ਨਾਲ ਚੱਲੇਗਾ। ਮਤਲਬ ਜੋ ਪੱਥਰ ਦਿਲ ਲੋਕ ਹਨ, ਜਾਂ ਜੋ ਨਿਰਦਈ ਹਨ, ਜਿਨ੍ਹਾਂ ਦੇ ਅੰਦਰ ਨਾ ਕਦੀ ਧਰਮ, ਨਾ ਪੁੰਨ, ਨਾ ਦਾਨ, ਨਾ ਕਿਸੇ ਦੀ ਹੈਲਪ, ਨਾ ਮਿੱਠੀ ਬੋਲ ਬਾਣੀ, ਨਾ ਕੋਈ ਚੰਗੀ ਚੀਜ਼ ਅੰਦਰ ਪੈਦਾ ਨਹੀਂ ਹੁੰਦੀ,
ਦਇਆ ਧਰਮ ਪੈਦਾ ਨਹੀਂ ਹੁੰਦਾ, ਉਹ ਪੱਥਰ ਨੇ। ਇਸ ਤਰ੍ਹਾਂ ਦੇ ਪੱਥਰਾਂ ਨੂੰ ਵੀ ਰੱਬ ਤਾਰ ਦਿੰਦਾ ਜੇ ਕੋਈ ਉਹਦੀ ਸ਼ਰਨ ਵਿੱਚ ਆ ਜਾਏ। ਸੋ ਮੈਂ ਉਦਾਹਰਨ ਦਿੱਤੀ ਹੈ ਕੌਡਾ ਰਾਖੀ ਤੇ ਸੱਜਣ ਠੱਗ ਵਰਗਿਆਂ ਦੀ। ਜੇ ਉਹ ਤਰ ਸਕਦੇ ਨੇ ਤੇ ਅਸੀਂ ਵੀ ਤਰ ਸਕਦੇ ਹਾਂ, ਭਾਵੇਂ ਅਸੀਂ ਪੱਥਰ ਦਿਲ ਕਿਉਂ ਨਾ ਹੋਈਏ, ਅਸੀਂ ਵੀ ਤਰ ਸਕਦੇ ਹਾਂ। ਸੋ ਇਸ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ, ਪ੍ਰਭ ਭਾਵੇ ਤਾਂ ਪਾਥਰ ਤਰਾਵੈ। ਉਹ ਪੱਥਰ ਦਿਲਾਂ ਨੂੰ ਵੀ ਤਾਰ ਦੇਵੇਗਾ। ਭਾਵੇਂ ਸਾਡੇ ਵਿੱਚ ਕੋਈ ਗੁਣ ਨਹੀਂ ਨਾ, ਪਰ ਫਿਰ ਵੀ ਸਾਡੇ ਤੇ ਬਖਸ਼ਿਸ਼ ਕਰਕੇ ਸਾਡਾ ਪਾਰ ਉਤਾਰਾ ਕਰ ਦੇਵੇਗਾ। ਉਹਦਾ ਬਿਰਧ ਹੈ, ਉਹਦਾ ਸੁਭਾਅ ਹੀ ਹੈ, ਉਹਦਾ ਸੁਭਾਅ ਹੈ। ਜਿਹੜਾ ਸਿਆਣਾ ਬੰਦਾ ਉਹ ਮਾਫ ਕਰ ਦਿੰਦਾ, ਜਿਹੜਾ ਸਿਆਣਾ ਬੰਦਾ ਉਹ ਦੂਸਰੇ ਨੂੰ ਗਲੇ ਲਾ ਲੈਂਦਾ। ਜੇ ਅਸੀਂ ਕਿਸੇ ਨੂੰ ਗਲੇ ਨਹੀਂ ਲਾਉਂਦੇ, ਅੱਜ ਦੇ ਯੁੱਗ ਦੇ ਵਿੱਚ ਨਫ਼ਰਤ ਰੱਖਦੇ ਹਾਂ, ਉਹ ਬੰਦਾ ਨਾ ਸਮਝੇ ਵੀ ਤੈਨੂੰ ਵੀ ਗੁਰੂ ਗਲੇ ਲਾ ਲੇਗਾ, ਤੂੰ ਕਿਹੜਾ ਸਹੀ। ਮੇਰੇ ਨਾਲ ਕਿਸੇ ਨੇ ਝਗੜਾ ਕੀਤਾ, ਮੇਰਾ ਕਿਸੇ ਨੇ ਦਿਲ ਦੁਖਾਇਆ, ਮੈਂ ਸਾਰੀ ਜ਼ਿੰਦਗੀ ਉਹਨੂੰ ਗਲੇ ਨਾਲ ਨਹੀਂ ਲਾਉਂਦਾ, ਨਹੀਂ ਨਾ ਲਾਉਂਦਾ, ਤੇ ਫਿਰ ਮੈਨੂੰ ਵੀ ਕੋਈ ਹੱਕ ਨਹੀਂ ਹੈ ਵੀ ਗੁਰੂ ਮੈਨੂੰ ਗਲੇ ਨਾਲ ਲਾਵੇ, ਕਿਉਂਕਿ ਮੈਂ ਵੀ ਤੇ ਗੁਨਾਹਗਾਰ ਹਾਂ, ਮੇਰੇ ਵਿੱਚ ਵੀ ਤੇ ਔਗਣ ਹਨ। ਫਿਰ ਮੈਨੂੰ ਕੀ ਹੱਕ ਹੈ ਵੀ ਮੈਂ ਕਹਾਂ ਗੁਰੂ ਨੂੰ ਮੈਨੂੰ ਗਲੇ ਲਾਓ। ਪ੍ਰੇਮ ਸਹਿਤ ਗੱਲ ਲਾਵੇ। ਕਿਉਂ ਗਲੇ ਲਾਵੇ? ਜੇ ਤੂੰ ਕਿਸੇ ਨੂੰ ਆਪਣੇ ਗਲੇ ਨਹੀਂ ਲਾਉਣਾ ਚਾਹੁੰਦਾ, ਤੈਨੂੰ ਵੀ ਉਸਨੇ ਗਲੇ ਨਾਲ ਨਹੀਂ ਲਾਉਣਾ। ਜੋ ਕਿਸੇ ਨੂੰ ਗਲੇ ਨਾਲ ਲਾਉਂਦਾ, ਜੋ ਕਿਸੇ ਨੂੰ ਸੁੱਖ ਦਿੰਦਾ, ਉਸ ਨੂੰ ਰੱਬ ਸੁੱਖ ਦਿੰਦਾ। ਜੋ ਕਿਸੇ ਦੇ ਘਰ ਦੇ ਵਿੱਚ ਫਸਾਦ ਪਾਉਂਦਾ, ਜੋ ਕਿਸੇ ਨੂੰ ਪਰੇਸ਼ਾਨ ਕਰਦਾ, ਉਹਨੂੰ ਆਪਣੇ ਆਪ ਪਰੇਸ਼ਾਨੀ ਮਿਲ ਜਾਂਦੀ ਹੈ। ਉਹਨੂੰ ਦੇਣ ਦੀ ਜ਼ਰੂਰਤ ਨਹੀਂ ਵੀ ਉਹਨੂੰ ਪਰੇਸ਼ਾਨੀ ਦਿੱਤੀ ਜਾਵੇ। ਜੋ ਕਿਸੇ ਨੂੰ ਤੰਗ ਕਰਦਾ, ਉਸ ਨੂੰ ਖੁਦ ਨੂੰ ਤੰਗੀ ਆਪਣੇ ਆਪ ਮਿਲਦੀ ਹੈ। ਇਹ ਵਿਧਾਨ ਹੈ, ਇਹ ਸ਼ੁਰੂ ਤੋਂ ਹੀ ਵਿਧਾਨ ਹੈ। ਜੋ ਕੋਈ ਕਿਸੇ ਦਾ ਬੁਰਾ ਕਰਦਾ, ਉਹਦਾ ਬੁਰਾ ਤੇ ਪਤਾ ਨਹੀਂ ਹੋਣਾ ਕਿੰਨੀ, ਕਰਨ ਵਾਲੇ ਦਾ ਹੋ ਜਾਂਦਾ, ਪੱਕਾ ਹੋ ਜਾਂਦਾ। ਇਸ ਕਰਕੇ ਸਾਨੂੰ ਪਤਾ ਬਾਣੀ ਵਿੱਚ ਕੀ ਮਹਾਰਾਜ ਜੀ ਨੇ ਕਿਹਾ, ਫਰੀਦਾ ਬੁਰੇ ਦਾ ਭਲਾ ਕਰ, ਚੰਗੇ ਦਾ। ਮਹਾਰਾਜ ਜੀ ਕਹਿੰਦੇ ਬੁਰੇ ਦਾ ਵੀ, ਚੰਗੇ ਦਾ ਭਲਾ ਤੇ ਸਾਰੇ ਕਰਦੇ ਨੇ। ਗੱਲ ਤੇ ਤਾਂ ਹੈ ਉਹਦਾ ਕਰ ਜਿਹੜਾ ਚੰਗਾ ਨਹੀਂ। ਇਹ ਬਾਣੀ ਵਿੱਚ ਆ ਗਿਆ। ਤਾਂ ਹੀ ਕਹਿੰਦੇ ਨੇ ਵੀ ਔਖੀ ਘੱਟ ਹੀ ਹੈ, ਮੁਸ਼ਕਿਲ ਪੈਂਦਾ ਹੈ। ਖੰਨਿਓ ਤਿੱਖੀ ਨੂੰ ਖੰਨਿਓ ਤਿੱਖੀ ਕਹਿੰਦੇ ਨੇ। ਕਿਸੇ ਦੁਸ਼ਮਣ ਨੂੰ ਮਿੱਤਰ ਬਣਾਉਣਾ ਸੌਖੀ ਗੱਲ ਹੈ, ਬੜਾ ਹੀ ਔਖਾ ਹੈ, ਤੁਹਾਡੇ ਲਈ ਤੇ ਮੇਰੇ ਲਈ ਵੀ, ਪਰ ਅਸੰਭਵ ਨਹੀਂ ਹੈ। ਗੁਰੂ ਦੇ ਹੁਕਮ ਅਨੁਸਾਰ ਸਾਨੂੰ ਹੌਲੀ ਹੌਲੀ ਵਧਣਾ ਚਾਹੀਦਾ, ਸਾਰਿਆਂ ਨੂੰ ਆਪਣੇ ਬਣਾ ਲੈਣਾ ਚਾਹੀਦਾ। ਇਹ ਬਾਣੀ ਦਾ ਹੁਕਮ ਹੈ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਪੱਲੇ ਸਭ ਕੀ ਪਾਏ। ਸੰਸਾਰ ਦੇ ਵਿੱਚ ਆਏ ਆ, ਜਾਣ ਤੋਂ ਪਹਿਲਾਂ ਦੁਸ਼ਮਣੀਆਂ ਖਤਮ ਕਰਕੇ ਸਾਰਿਆਂ ਨੂੰ ਸੱਜਣ ਬਣਾ ਕੇ ਜਾਈਏ। ਮਨ ਤੇ ਬੋਝ ਨਹੀਂ ਰਹੇਗਾ, ਮਨ ਤੇ ਬੋਝ ਨਹੀਂ ਰਹੇਗਾ, ਨਹੀਂ ਤੇ ਬੋਝ ਲੈ ਕੇ ਹੀ ਚਲੇ ਜਾਵਾਂਗੇ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਪ੍ਰਭ ਭਾਵੈ ਤਾਂ ਪਾਤਰ ਤਰਾਵੈ। ਤਰ ਜਾਏਗਾ, ਕੋਈ ਗੱਲ ਨਹੀਂ, ਸੰਗਤ ਕਰਿਆ ਕਰ। ਮਹਾਰਾਜ ਜੀ ਕਹਿੰਦੇ ਤਰ ਜਾਏਗਾ। ਮੋਮ ਕਰ ਦਿਆਂਗੇ ਤੈਨੂੰ, ਮੋਮ। ਗੁਰੂ ਮਹਾਰਾਜ ਜੀ ਕਹਿੰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੇਰੇ ਸੁੱਕੇ ਹੋਏ ਮਨ ਨੂੰ, ਸੁੱਕੇ ਹੋਏ ਹਿਰਦੇ ਆਤਮਾ ਨੂੰ ਵੀ ਹਰਿਆ ਭਰਿਆ ਕਰ ਦੇਵਾਂਗੇ। ਜਦ ਮਹਾਰਾਜ ਜੀ ਕਹਿੰਦੇ, ਗੁਰ ਵਨ ਤਿਨ ਹਰਿਆ ਕੀਤਿਆਂ, ਨਾਨਕਾ ਕਿਆ ਮਨੁੱਖ, ਤੈਨੂੰ ਵੀ ਹਰਿਆ ਭਰਿਆ, ਮਤਲਬ ਖੁਸ਼ਹਾਲ, ਖੁਸ਼ਹਾਲੀ, ਸੁਖ ਇਹ ਤੈਨੂੰ ਦੇ ਦਿਆਂਗੇ। ਇਹ ਗੁਰੂ ਮਹਾਰਾਜ ਜੀ ਆਪਣੀ ਬਾਣੀ ਵਿੱਚ ਕਹਿੰਦੇ ਨੇ, ਝੂਠ ਨਹੀਂ ਕਹਿੰਦੇ, ਸੱਚ ਹੀ ਕਹਿੰਦੇ ਨੇ। ਇਸ ਕਰਕੇ ਉਹ ਚਾਹੇ ਤੇ ਸਾਡੇ ਵਰਗੇ ਪੱਥਰ ਦਿਲਾਂ ਨੂੰ ਵੀ ਤਾਰ ਸਕਦਾ, ਪਰ ਉਹਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਜੋ ਆ ਜਾਂਦਾ ਹੈ ਉਹਦਾ ਬਿਰਧ ਹੈ, ਉਹਦਾ ਸੁਭਾਅ ਹੈ। ਇਹੀ ਖਾਸੀਅਤ ਹੈ ਗੁਰੂ ਦੀ ਵੀ ਆਏ ਨੂੰ ਉਹ ਖਾਲੀ ਨਹੀਂ ਮੋੜਦਾ, ਚਾਹੇ ਕੋਈ ਵੀ ਹੋਵੇ। ਜਦੋਂ ਕੋਈ ਆ ਹੀ ਗਿਆ ਫਿਰ ਉਹਨੂੰ ਖਾਲੀ ਕਿਉਂ ਮੋੜਨਾ?
ਜਦੋਂ ਕੋਈ ਦਰ ਤੇ ਆ ਹੀ ਗਿਆ ਫਿਰ ਉਹਨੂੰ ਖਾਲੀ ਮੋੜਨਾ ਭੁੱਲ ਹੈ ਤੇ ਅਗਿਆਨਤ ਹੈ। ਜਦੋਂ ਕੋਈ ਸਾਡੇ ਦਰ ਤੇ ਆ ਹੀ ਜਾਵੇ ਫਿਰ ਖਾਲੀ ਹੀ ਨਹੀਂ ਜਾਣਾ ਚਾਹੀਦਾ। ਜੇ ਕੋਈ ਆਇਆ ਤੇ ਮਨ ਮਾਰ ਕੇ ਆਇਆ ਹੋਏਗਾ, ਜੇ ਕੋਈ ਸਾਡੇ ਦਰ ਤੇ ਆਇਆ ਤੇ ਕੋਈ ਆਸ ਰੱਖ ਕੇ ਆਇਆ ਹੋਏਗਾ, ਸਾਨੂੰ ਯੋਗ ਸਮਝ ਕੇ ਹੀ ਸਾਡੇ ਦਰ ਤੇ ਆਇਆ ਹੋਏਗਾ, ਤੇ ਉਹਨੂੰ ਵਾਪਸ ਘੱਲਣਾ ਬਹੁਤ ਵੱਡਾ ਦੋਸ਼ ਹੈ। ਇਸ ਨੂੰ ਗੁਰੂ ਮਹਾਰਾਜ ਜੀ ਪਸੰਦ ਨਹੀਂ ਕਰਦੇ। ਇਸ ਕਰਕੇ ਜੇ ਕਿਸੇ ਦੇ ਲਈ ਅਸੀਂ ਦਰਵਾਜ਼ਾ ਨਹੀਂ ਖੋਲਦੇ ਘਰ ਆਏ ਤੇ ਮਤ ਉਹ ਬੰਦਾ ਸਮਝੇ ਵੀ ਮੇਰੇ ਲਈ ਗੁਰੂ ਦਰਵਾਜ਼ਾ ਖੋਲੇਗਾ। ਇਹਦੇ ਜਿਵੇਂ ਕੋਈ ਕਰੇਗਾ ਉਦਾਂ ਦਾ ਹੀ ਉਸ ਨੂੰ ਫਲ ਮਿਲੇਗਾ। ਜਿਹਾ ਕੋ ਬੀਜੇ ਤਿਹਾ ਫਲ ਪਾਏ। ਜਿਵੇਂ ਦਾ ਅਸੀਂ ਕਰਮ ਕਰਨਾ, ਜਿਵੇਂ ਦਾ ਵਰਤਾਓ ਕਰਨਾ, ਉਸੇ ਤਰ੍ਹਾਂ ਦਾ ਸਾਨੂੰ ਅੱਗਿਓਂ ਮਿਲਣਾ। ਜੇ ਅਸੀਂ ਆਪ ਸਾਫ਼ ਸੁੱਚੇ ਉੱਚੀ ਸੋਚ ਵਾਲੇ ਬਣਾਂਗੇ ਤੇ ਮਹਾਰਾਜ ਜੀ ਸਾਨੂੰ ਆਪਣੇ ਆਪ ਹੀ ਹੋਰ ਵਾਧਾ ਕਰੇਗਾ, ਵਧਾਵੇਗਾ। ਨਾਨਕ ਨਿਰਗੁਣ ਗੁਣ ਕਰੇ। ਤੇ ਜੇ ਸੋਚ ਜਿਹੜੀ ਹੈ ਨੀਵੀਂ ਹੈ, ਜੇ ਵਿਚਾਰ ਚੰਗੇ ਨਹੀਂ ਹੈ, ਤੇ ਜੇ ਮਨ ਵਿੱਚ ਹਮੇਸ਼ਾ ਬੁਰੀਆਂ ਹੀ ਆਦਤਾਂ ਤੇ ਖਿਆਲ ਪਨਪ ਰਹੇ ਨੇ, ਤੇ ਫਿਰ ਮਹਾਰਾਜ ਜੀ ਕਹਿੰਦੇ ਨੇ ਗੁਰੂ ਜਿਹੜਾ ਉਦੋਂ ਤੱਕ ਬਖਸ਼ਿਸ਼ ਨਹੀਂ ਕਰਦਾ ਜਦੋਂ ਤੱਕ ਯੋਗ ਭਾਂਡਾ ਨਾ ਬਣ ਜਾਏ। ਚਾਹੁੰਦਾ ਤੇ ਹੈ ਗੁਰੂ ਬਖਸ਼ਿਸ਼ ਕਰਦਾ, ਪਰ ਜਦੋਂ ਭਾਂਡੇ ਨੂੰ ਦੇਖਦਾ ਫਿਰ ਹੱਥ ਪਿੱਛੇ। ਹੁਣ ਅਸੀਂ ਕਹਾਂਗੇ ਸਾਡੇ ਭਾਂਡੇ 'ਚ ਕਿਹੜੀ ਖਰਾਬੀ ਹੈ? ਭਾਈ ਇਹ ਤੇ ਖੋਜਣਾ ਪਏਗਾ, ਦੇਖਣਾ ਪਏਗਾ। ਸੱਚਮੁੱਚ ਦੇਖੇਗਾ, ਅੰਦਰੋਂ ਖੋਜੇਗਾ ਤੇ ਪਤਾ ਲੱਗ ਜਾਏਗਾ। ਇੱਕ ਨਹੀਂ ਅਨੇਕ ਕਮੀਆਂ ਦਿਸਣਗੀਆਂ। ਜਿਸ ਦਿਨ ਕਮੀਆਂ ਦਿਸਣ ਲੱਗ ਪਈਆਂ ਉਸ ਦਿਨ ਕਮੀਆਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਕਮੀਆਂ ਦੂਰ ਇਸ ਲਈ ਨਹੀਂ ਹੁੰਦੀਆਂ ਕਿਉਂਕਿ ਅਜੇ ਤੱਕ ਮੈਨੂੰ ਮੇਰੇ ਵਿੱਚ ਕਮੀ ਦਿਸ ਨਹੀਂ ਰਹੀ। ਮੈਂ ਕਹਿੰਦਾ ਵੀ ਮੇਰੇ ਵਿੱਚ ਤੇ ਕਮੀ ਕੋਈ ਨਹੀਂ। ਜਿਸ ਦਿਨ ਕਮੀਆਂ ਦਿਸਣੀਆਂ ਸ਼ੁਰੂ ਹੋ ਗਈਆਂ ਉਸ ਦਿਨ ਕਮੀਆਂ ਘਟਣੀਆਂ ਵੀ ਸ਼ੁਰੂ ਹੋ ਜਾਣਗੀਆਂ। ਸੋ ਇਸ ਲਈ ਜਿਸ ਦਿਨ ਕਮੀਆਂ ਘਟ ਗਈਆਂ ਉਦੋਂ ਉਹ ਪਰਮੇਸ਼ਰ ਰੱਬ ਵਾਹਿਗੁਰੂ ਦੀ ਮਿਹਰ ਕਿਰਪਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ। ਅਗਲੀ ਪੰਕਤੀ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਹੁਣ ਇੱਥੇ ਇਹ ਜਿਹੜੇ ਸ਼ਬਦ ਦੀ ਵਿਚਾਰ ਬੜੀ ਡੂੰਘੀ ਹੈ। ਸਾਹ ਤੋਂ ਬਗੈਰ ਬੰਦਾ ਤੇ ਹੁੰਦਾ ਹੀ ਨਹੀਂ। ਸਾਸ ਤੋਂ ਬਗੈਰ ਤੇ ਬੰਦਾ ਹੁੰਦਾ ਹੀ ਨਹੀਂ। ਜੇ ਆਤਮਾ ਨਾ ਹੋਵੇ ਬੰਦਾ ਹੋਏਗਾ ਨਹੀਂ। ਜੇ ਮਨੁੱਖ ਦੇ ਅੰਦਰ ਆਤਮਾ ਨਾ ਹੋਵੇ ਉਸ ਨੂੰ ਬੰਦਾ ਹੀ ਨਹੀਂ ਕਹਿੰਦੇ। ਆਤਮਾ ਕਹਿੰਦੀ ਮਰ ਜਾਏ ਉਹਨੂੰ ਵੀ ਬੰਦਾ ਨਹੀਂ ਕਹਿੰਦੇ। ਆਤਮਾ ਤੋਂ ਬਗੈਰ ਨਾ ਪ੍ਰਮਾਤਮਾ, ਨਾ ਪ੍ਰਮਾਤਮਾ ਤੋਂ ਬਗੈਰ ਆਤਮਾ। ਇਹਦਾ ਮਤਲਬ ਜੇ ਆਤਮਾ ਨਾ ਹੋਵੇ ਤੇ ਬੰਦਾ ਵੀ ਨਹੀਂ ਹੋਏਗਾ। ਸਰੀਰ ਮਿਟ ਜਾਂਦਾ, ਆਤਮਾ ਹੈਗੀ। ਸਰੀਰ ਚਲਾ ਗਿਆ, ਆਤਮਾ ਹੈ, ਸਾਹ ਨਹੀਂ। ਬੜੀ ਪਿਆਰੀ ਵਿਚਾਰ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਕੋਈ ਇੱਕਦਮ ਕਹਿ ਸਕਦਾ ਵੀ ਸਾਹ ਤੋਂ ਬਿਨਾਂ, ਸਵਾਸਾਂ ਤੋਂ ਬਿਨਾਂ ਕੋਈ ਜਿਉਂਦਾ ਕਿਵੇਂ ਰਹਿ ਸਕਦਾ? ਉੱਚੀ ਤੇ ਵੱਡੀ ਬਾਤ ਇਹ ਹੈ, ਜਿਉਂਦਾ ਬੰਦਾ ਸਰੀਰ ਕਰਕੇ ਨਹੀਂ ਹੁੰਦਾ, ਜਿਉਂਦਾ ਆਤਮਾ ਤੇ ਜ਼ਮੀਰ ਕਰਕੇ ਹੁੰਦਾ। ਜਿਉਂਦਾ ਬੰਦਾ ਕੇਵਲ ਲੋਥਾਂ ਕਰਕੇ ਨਹੀਂ ਹੈ। ਬੜੀਆਂ ਵੱਡੀਆਂ ਲੋਥਾਂ ਤੁਰੀਆਂ ਫਿਰਦੀਆਂ ਨੇ ਭਾਰ ਧਰਤੀ ਤੇ। ਜ਼ਮੀਰ ਕਰਕੇ, ਆਤਮਾ ਕਰਕੇ, ਦਿਲ ਕਰਕੇ, ਦਇਆ ਕਰਕੇ, ਪੁੰਨ ਕਰਕੇ ਔਰ ਚੰਗੀ ਨੀਅਤ ਕਰਕੇ ਇਸ ਨੂੰ ਜਿਉਣਾ ਜ਼ਿੰਦਾ ਕਹਿੰਦੇ ਨੇ। ਤੇ ਜਿਨ੍ਹਾਂ ਵਿੱਚ ਗੁਣ ਨਾ ਹੋਵੇ ਉਹਨੂੰ ਬਾਣੀ ਵਿੱਚ ਵਾਰ-ਵਾਰ ਮੁਰਦਾ ਗਿਆ। ਇਹਦਾ ਮਤਲਬ ਉਹਨਾਂ ਦੇ ਸਾਸ ਹੁੰਦੇ ਵੀ ਸਾਹ ਨਹੀਂ, ਪ੍ਰਾਣ ਹੁੰਦੇ ਵੀ ਪ੍ਰਾਣ ਨਹੀਂ, ਕਿਉਂਕਿ ਕਿਸੇ ਕੰਮ ਨਹੀਂ ਆਇਆ। ਜਿਹੜੀ ਚੀਜ਼ ਹੁਣ ਗੱਡੀ ਭਾਵੇਂ ਜਿੱਡੀ ਮਰਜ਼ੀ ਵੱਡੀ ਘਰ ਖੜੀ ਕੀਤੀ ਹੋਵੇ, ਉਹ ਸਟਾਰਟ ਹੀ ਨਾ ਹੋਵੇ, ਉਹਨੂੰ ਕੀ ਕਰਨਾ? ਦਿਖਾਵਾ ਥੋੜ੍ਹਾ ਰੱਖਣਾ। ਜੇ ਗੱਡੀ ਬਿਲਕੁਲ ਕਿਸੇ ਕੰਮ ਦੀ ਨਾ ਰਹੇ ਤੇ ਦੇਖਣ ਨੂੰ ਇਦਾਂ ਲੱਗੇ ਵੀ ਕਿਆ ਬਾਤ ਹੈ, ਪਰ ਉਹ ਚੱਲੇ ਨਾ, ਉਹ ਤੁਰੇ ਨਾ, ਉਸ ਗੱਡੀ ਨੂੰ ਕੀ ਕਰਨਾ? ਉਸ ਲੋਥ ਨੂੰ, ਉਸ ਸਰੀਰ ਨੂੰ ਮਹਾਰਾਜ ਜੀ ਕਹਿੰਦੇ ਕੀ ਕਰਨਾ? ਜਿਹਦੇ ਵਿੱਚ ਰੱਬੀ ਗੁਣ ਹੀ ਨਾ ਪ੍ਰਗਟ ਹੋਣ ਤੇ ਉਹਦੇ ਵਿੱਚ ਸਾਹ ਹੋਣ ਚਾਹੇ ਨਾ ਹੋਣ, ਕੋਈ ਮਤਲਬ ਨਹੀਂ ਹੈ। ਮਹਾਰਾਜ ਜੀ ਦੀ ਪੰਕਤੀ ਆਈ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਚਲੋ ਅਸੀਂ ਇੱਕ ਸਿੱਧੀ ਜੀ ਉਦਾਹਰਨ ਲੈਂਦੇ ਹਾਂ
ਵੀ ਪਰਮੇਸ਼ਰ ਸਾਹ ਤੋਂ ਬਗੈਰ ਵੀ ਤੋਰ ਸਕਦਾ? ਹਾਂ, ਸਮਰੱਥ ਗੁਰੂ ਜੋ ਮਰਜ਼ੀ ਕਰ ਸਕਦਾ। ਮਾਂ ਦੇ ਗਰਭ ਦੇ ਵਿੱਚ ਬੱਚੇ ਨਾਲ ਕੀ ਵਾਪਰਦਾ ਹੈ ਤੇ ਉਹਨੂੰ ਪਤਾ ਹੈ, ਉਹਨੂੰ ਪਤਾ ਹੈ ਕਦੋਂ ਕਿੱਦਣ ਸਾਹ ਆਉਂਦੇ ਨੇ। ਜਿਹੜਾ ਮਾਂ ਦੇ ਪੇਟ ਦੇ ਵਿੱਚ 1 2 3 ਮਹੀਨੇ ਦਾ ਬੱਚਾ ਬਣਦਾ, ਉਹਦਾ ਵੀ ਸੰਬੰਧ ਜਿਹੜਾ ਸਵਾਸਾਂ ਨਾਲ ਹੁੰਦਾ। ਅਜੇ ਸਵਾਸ ਅੰਦਰ ਪਏ ਨਹੀਂ ਹੁੰਦੇ ਤਾਂ ਵੀ ਉਹ ਜਿਹੜੀ ਚੀਜ਼ ਹੈ ਗਰੋਥ ਜਿਹੜਾ ਉਹ ਚੱਲਦੀ ਹੈ, ਉਹ ਵੱਧਦਾ ਹੈ। ਭਾਵੇਂ ਉਹਦੇ ਵਿੱਚ ਕਈ ਵਾਰ ਧੜਕਣ ਨਹੀਂ ਆਈ ਹੁੰਦੀ, ਪਰ ਉਹ ਚੀਜ਼ ਸੂਖਮ ਰੂਪ ਦੇ ਵਿੱਚ ਇੱਕ ਬੱਚੇ ਦੇ ਅੰਦਰ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਿਸ ਦਿਨ ਬੱਚਾ ਪੈਦਾ ਹੋਣਾ ਸ਼ੁਰੂ ਹੁੰਦਾ। ਕਿਉਂਕਿ ਪੰਕਤੀ ਬੜੀ ਪਿਆਰੀ ਆਈ ਹੈ, ਇਹਦੀ ਡੂੰਘਾਈ ਵਿੱਚ ਜਾਣਾ ਪਵੇਗਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਤੇ ਕਈਆਂ ਦੇ ਸਾਹ ਰੁਕਦੇ ਵੀ ਨੇ ਤੇ ਪਰਮੇਸ਼ਰ ਕੁਝ ਸਮੇਂ ਬਾਅਦ ਚਲਾ ਵੀ ਦਿੰਦਾ। ਵਿਸ਼ਾ ਲੰਬਾ ਬਣ ਸਕਦਾ। ਕਈ ਆਪਣੇ ਸਵਾਸ ਰੋਕ ਲੈਂਦੇ ਨੇ ਔਰ ਕਈ ਸਾਲ, ਸੈਂਕੜੇ ਤੇ ਹਜ਼ਾਰ ਸਾਲ ਬਾਅਦ ਵੀ ਸਵਾਸਾਂ ਨੂੰ ਚੜਾ ਕੇ ਮੁੜ ਵਾਪਸ ਆ ਜਾਂਦੇ ਨੇ, ਜਿਸ ਦੀ ਉਦਾਹਰਨ ਅੰਮ੍ਰਿਤਸਰ ਸਾਹਿਬ ਵਿਖੇ ਸੰਤੋਖਸਰ ਸਾਹਿਬ ਗੁਰਦੁਆਰੇ ਦੇ ਇਤਿਹਾਸ ਤੋਂ ਪਤਾ ਲੱਗ ਜਾਂਦੀ ਹੈ। ਪਰਮੇਸ਼ਰ ਜੋ ਮਰਜ਼ੀ ਕਰ ਸਕਦਾ। ਮਿਰਤਕ ਕੋ ਜੀਵਾਲਨਹਾਰ ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਉਹ ਚਾਹੇ ਸਭ ਕੁਝ ਹੋ ਸਕਦਾ। ਦੇਖੋ ਇੱਕ ਹੋਰ ਬੜੀ ਪਿਆਰੀ ਉਦਾਹਰਨ ਹੈ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਪੜ੍ਹਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ 5 ਦੇ ਸੀਸ ਲਾ ਦਿੱਤੇ। ਇੱਕ ਵਾਰੀ ਸੀਸ ਲੱਤ ਜੇ ਬੰਦਾ ਬਚਦਾ, ਇੱਕ ਵਾਰੀ ਸੀਸ ਲੱਤ ਜਾਏ ਇਨਸਾਨ ਬਚਦਾ। ਪਰ ਮੁੜ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਛਕਾਈ ਜਾ ਰਹੇ ਨੇ। ਬਾਬਾ ਦੀਪ ਸਿੰਘ ਦਾ ਸੀਸ ਕਹਿੰਦੇ ਲੱਥ ਗਿਆ ਜਦੋਂ ਧੜ ਦੇ ਨਾਲੋਂ ਸੀਸ ਜਾਂ ਧੌਣ ਕਿਸੇ ਦੀ ਲੱਥ ਜਾਏ, ਉਹ ਬੰਦਾ ਇੱਕਦਮ ਧਰਤੀ ਤੇ ਡਿੱਗ ਜਾਂਦਾ, ਉਹਦੇ ਸਾਹ ਖਤਮ। ਕਿਉਂਕਿ ਇਹਦਾ ਸੰਬੰਧ ਜਿਹੜਾ ਹੈ ਦਿਮਾਗ ਦੇ ਨਾਲ ਹੈ। ਇਹ ਜਿੰਨੀਆਂ ਨਾੜੀਆਂ ਨੇ ਗਲੇ ਦੀਆਂ ਉੱਪਰ ਤੱਕ ਥੱਲੇ ਸਾਰੇ ਸਰੀਰ ਨਾਲ ਸੰਬੰਧ। ਜਦੋਂ ਧੌਣ ਹੀ ਨਾ ਕਿਸੇ ਦੀ, ਸੀਸ ਹੀ ਨਾ ਰਹੇ ਤੇ ਉਹ ਲੜੀ ਜਾਏ, ਉਹ ਖੰਡਾ ਚਲਾਈ ਜਾਏ। ਇਹ ਕੌਣ ਕਰ ਸਕਦਾ? ਇਹ ਪਰਮੇਸ਼ਰ ਹੀ ਕਰ ਸਕਦਾ। ਇਹ ਪ੍ਰਭ ਕਰ ਸਕਦਾ, ਇਹ ਪ੍ਰਮਾਤਮਾ ਕਰ ਸਕਦਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਇਸ ਕਰਕੇ ਸੋ ਇਸ ਪੰਕਤੀ ਦੀ ਲੰਬੀ ਵਿਚਾਰ ਨਾ ਕਰੀਏ, ਕਿਉਂਕਿ ਬਾਕੀ ਵੀ ਪੰਕਤੀਆਂ ਹਨ। ਸੋ ਮਹਾਰਾਜ ਜੀ ਮਿਹਰ ਕਰੇ। ਉਹ ਪ੍ਰਮਾਤਮਾ ਸਮਰੱਥ ਹੈ, ਜੋ ਮਰਜ਼ੀ ਕਰ ਸਕਦਾ ਹੈ। ਮਹਾਰਾਜ ਜੀ ਕਹਿੰਦੇ ਮਨਮੁਖ ਨੂੰ ਗੁਰਮੁਖ ਬਣਾ ਸਕਦਾ ਹੈ, ਗੁਰਮੁਖ ਨੂੰ ਮਨਮੁਖ, ਜਵਾਨ ਨੂੰ ਬੁੱਢਾ ਬਣਾ ਸਕਦਾ ਤੇ ਬੁੱਢੇ ਨੂੰ ਜਵਾਨ। ਗੁਰਮੁਖ ਬੁੱਢੇ ਕਦੇ ਨਹੀਂ, ਇਹ ਬਾਣੀ ਵਿੱਚ ਲਿਖਿਆ ਹੈ। ਤੇ ਮਨਮੁਖ ਬਿਰਧ ਸਮਾਨ ਹੈ, ਇਹ ਬਾਣੀ ਦੀਆਂ ਪੰਕਤੀਆਂ ਨੇ। ਉਹ ਚਾਹੇ ਤੇ ਤਾਕਤ ਇੰਨੀ ਦੇ ਦਿੰਦਾ, ਵਿਲ ਪਾਵਰ ਇੰਨੀ ਸਟਰੋਂਗ ਕਰ ਦਿੰਦਾ, ਜੋ ਜਵਾਨ ਨਹੀਂ ਕਰ ਸਕਦਾ ਉਹ ਬੁੱਢਾ ਬੰਦਾ ਕਰ ਜਾਂਦਾ। ਉਹ ਬਾਬਾ ਕਰ ਜਾਂਦਾ, ਬਾਬਾ ਦੀਪ ਸਿੰਘ ਕਰ ਜਾਂਦਾ। ਜਦੋਂ ਹਾਥੀ ਦੇ ਨਾਲ ਲੜਨ ਨੂੰ ਇੱਕ ਸਿੱਖ ਨੂੰ ਕਿਹਾ ਸੀ ਨਾ, ਉਹ ਮਾਝੇ ਦਾ, ਤੇ ਉਹ ਭੱਜ ਗਿਆ ਕੰਧ ਟੱਪ ਕੇ। ਉਹ ਜਵਾਨ ਸੀ, ਬੜਾ ਤਕੜਾ ਸੀ, ਬੜਾ ਮੋਟਾ ਤਕੜਾ ਸੀ। ਮਹਾਰਾਜ ਕਹਿੰਦੇ ਹਾਥੀ ਨਾਲ ਲੜ, ਉਹ ਤੇ ਚਲਾ ਗਿਆ। ਤੇ ਉਹਦਾ ਤਕੜਾਪਨ, ਜਿਵੇਂ ਪਹਿਲਾਂ ਬੇਨਤੀ ਕੀਤੀ, ਲੋਥ ਨੂੰ ਕੀ ਕਰਨਾ ਹੈ, ਐਡੇ ਵੱਡੇ ਸਰੀਰ ਉੱਚੇ ਲੰਮੇ ਨੂੰ ਕੀ ਕਰਨਾ ਹੈ, ਜੇ ਉਹ ਕੰਮ ਹੀ ਨਾ ਆਇਆ। ਪਰ ਇੱਧਰ ਬਿਰਧ ਬਾਬਾ, ਬਿਨਾਂ ਸਿਰੋਂ ਧੜ ਲੜਦਾ ਬਾਬਾ। ਪ੍ਰਭ ਭਾਵੈ ਬਿਨ ਸਾਸ ਤੇ ਰੱਖੇ, ਉਹਦੀ ਮਰਜ਼ੀ ਹੈ। ਸੋ ਆਓ ਅਗਲੀ ਪੰਕਤੀ। ਪ੍ਰਭ ਭਾਵੇ ਤਾਂ ਹਰ ਗੁਣ ਭਾਕੇ, ਉਹਦੀ ਮਿਹਰ ਹੋਵੇ ਤਾਂ ਹੀ ਰੱਬ ਦੇ ਗੁਣ ਸਾਡੇ ਤੇ ਮਿਹਰ ਹੈ, ਤਾਂ ਹੀ ਸੁਣ ਰਹੇ ਹਾਂ ਅਸੀਂ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਕਿਸੇ 'ਚ ਤਾਕਤ ਨਹੀਂ ਕੋਈ ਉਹਦੀ ਸਿਫਤ ਸੁਣ ਲਵੇ ਤੇ ਉਹਦੀ ਸਿਫਤ ਸੁਣਾ ਦੇਵੇ। ਉਹ ਮਹਾਰਾਜ ਜੀ ਇੰਨੀ ਦਇਆ ਕਰਦੇ ਨੇ, ਸ਼ੁਕਰ ਹੈ ਦਾਤੇ ਦਾ, ਸਾਡੇ ਤੇ ਮਿਹਰ ਹੈ ਉਹਦੀ। ਅਸੀਂ ਰੋਜ਼ ਸੁਣ ਲੈਂਦੇ ਹਾਂ। ਇਸ ਜੋਗੇ ਮਹਾਰਾਜ ਜੀ ਬਣਾਈ ਰੱਖਣਾ, ਸੁਣਦੇ ਰਹੀਏ ਤੇ ਸੁਣਾਉਂਦੇ ਰਹੀਏ। ਬਸ ਜੇ ਇੱਦਾਂ ਦੀ ਦਾਤ ਮੰਗਾਂਗੇ ਤਾਂ ਸਭ ਕੁਝ ਮਿਲਦਾ ਰਹੇਗਾ। ਤੰਦਰੁਸਤੀ, ਖੁਸ਼ੀ, ਪ੍ਰਸੰਨਤਾ, ਉਦਮ, ਇਹ ਸਭ ਕੁਝ ਹੋਏਗਾ ਤਾਂ ਹੀ ਗੁਰੂ ਦੀ ਗੋਦ ਵਿੱਚ ਬੈਠਾਂਗੇ ਨਾ।
ਜੇ ਅੰਦਰੋਂ ਕਾਇਮ ਹੋਵਾਂਗੇ ਤਾਂ ਹੀ ਜੁੜ ਕੇ ਸੁਣ ਤੇ ਸੁਣਾ ਸਕਾਂਗੇ ਨਾ। ਤੇ ਇਕਾਗਰਤਾ ਅਡੋਲਤਾ ਜਦੋਂ ਗੁਰੂ ਨੇ ਦੇ ਦਿੱਤੀ ਤੇ ਫਿਰ ਸਾਰਿਆਂ ਪਾਸਿਓਂ ਉਹਨੇ ਸਾਨੂੰ ਸਹੀ ਰੱਖਣਾ, ਤਾਂ ਹੀ ਅਡੋਲਤਾ ਮਿਲੇਗੀ ਨਾ। ਸਾਰੇ ਪਾਸਿਓਂ ਅਡੋਲਤਾ ਐਵੇਂ ਨਹੀਂ ਬੰਦੇ ਨੂੰ ਮਿਲਦੀ। ਕੋਈ ਵੀ ਟੈਨਸ਼ਨ ਹੋਵੇ ਤੇ ਅਡੋਲਤਾ ਨਹੀਂ ਕਦੀ ਬਣਦੀ। ਇਹਦਾ ਮਤਲਬ ਸਭ ਮਹਾਰਾਜ ਜੀ ਪਰੇਸ਼ਾਨੀਆਂ ਦੂਰ ਕਰਨਗੇ, ਸਭ ਦੁੱਖ ਦੂਰ ਕਰਨਗੇ। ਅਸੀਂ ਜਦੋਂ ਦਰਸ਼ਨ ਦੀਦਾਰ ਮੰਗ ਲਏ ਨਾ, ਸਾਨੂੰ ਅਡੋਲਤਾ ਵੀ ਮਿਲ ਜਾਣੀ। ਤੇ ਉਹੀ ਉੱਠ ਕੇ ਆ ਸਕਦਾ ਜਿਹੜਾ ਪਰੇਸ਼ਾਨ ਨਾ ਹੋਏਗਾ, ਜਿਹੜਾ ਦੁਖੀ ਨਾ ਹੋਏਗਾ। ਉਹੀ ਆ ਕੇ ਬੈਠੇਗਾ ਨਾ, ਉਹੀ ਆ ਕੇ ਸੁਣੇ ਤੇ ਸੁਣਾਵੇਗਾ ਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਦੇ ਮੰਗਣਾ। ਇੰਜ ਕਹਿਣਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਪ੍ਰਭ ਭਾਵੇ ਤਾਂ ਹਰ ਗੁਣ ਭਾਖੇ, ਹੇ ਮਾਲਕ ਤੂੰ ਚਾਹੁੰਦਾ ਤੇ ਮੈਂ ਜਪ ਤੇ ਜਪਾ ਰਿਹਾ। ਮੈਂ ਤੇਰੇ ਗੁਣ ਭਾਖਿਆ ਮਤਲਬ ਗਾ ਰਿਹਾ, ਗੁਣ ਤੇਰੇ ਸੁਣ ਰਹੇ ਆ ਤੇ ਗਾ ਰਹੇ ਆ। ਪ੍ਰਭ ਭਾਵੇ ਤਾਂ ਪਤਤ ਉਧਾਰੇ, ਆਪ ਕਰੇ ਆਪਣ ਵਿਚਾਰੇ। ਮਾਲਕ ਚਾਹੇ, ਜਿਵੇਂ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਉਹ ਜਿਵੇਂ ਪਾਥਰ ਤਰਾਵੇ ਦੀ ਪੰਕਤੀ ਆਈ ਸੀ, ਇੱਥੇ ਵੀ ਇਹ ਵਿਚਾਰ ਲੱਗ ਸਕਦੀ ਹੈ। ਪ੍ਰਭ ਭਾਵੇ ਤਾਂ ਪਤਤ ਉਧਾਰੇ, ਮਾੜੇ ਤੋਂ ਮਾੜਾ ਇਨਸਾਨ, ਭੈੜੇ ਤੋਂ ਭੈੜਾ ਬੰਦਾ ਜਾਂ ਮਨੁੱਖ। ਚਲੋ ਪ੍ਰਮਾਣ ਹੀ ਦੇ ਦਿੰਦੇ ਆ। ਵੇਸ਼ਵਾ ਵਰਗੀ ਔਰਤ ਗਣਕਾ, ਅਜਾਮਲ ਵਰਗਾ ਜਿਹੜਾ ਸੀ ਉਹਦੇ ਵਰਗੇ, ਜਿਹਨੂੰ ਭੈੜੇ ਆਖਿਆ ਸੀ ਪਹਿਲਾਂ, ਬਾਅਦ ਵਿੱਚ ਨਹੀਂ ਹੋ ਰਹੇ। ਇਸ ਤਰ੍ਹਾਂ ਦਿਆਂ ਨੂੰ ਵੀ ਰੱਬ ਤਾਰਨ ਦੇ ਲਈ ਬੈਠਾ। ਮਹਾਰਾਜ ਜੀ ਕਹਿੰਦੇ ਤੂੰ ਆ ਤੇ ਸਹੀ, ਤੂੰ ਸਾਹਮਣੇ ਆ ਕੇ ਹੱਥ ਜੋੜ ਕੇ ਬੇਨਤੀ ਤੇ ਕਰ ਸਹੀ, ਤੂੰ ਜੈਸਾ ਮਰਜ਼ੀ ਹੋਵੇਂ ਮੈਂ ਤੈਨੂੰ। ਭਗਤ ਰਵਿਦਾਸ ਜੀ ਦੀ ਪੰਕਤੀ ਆ ਗਈ। ਭਗਤ ਰਵਿਦਾਸ ਜੀ ਕਹਿੰਦੇ, ਜੋ ਪੈ ਹਮ ਨਾ ਪਾਪ ਕਰੰਤਾ। ਜੇ ਮੈਂ ਪਾਪ ਹੀ ਨਾ ਕਰਦਾ ਤੇ ਤੈਨੂੰ ਬਖਸ਼ਣਹਾਰ। ਲੋਕ ਕਿਵੇਂ ਕਹਿੰਦੇ, ਹਾਂ ਪਾਪੀ ਤੂੰ ਬਖਸ਼ਣਹਾਰ। ਜੋ ਪੈ ਹਮ ਨਾ ਪਾਪ ਕਰੰਤਾ, ਇਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਦਾ। ਤੇਰਾ ਨਾਮ ਜਿਹੜਾ ਸੀ ਉਸ ਨੂੰ ਪਤਤ, ਤੈਨੂੰ ਪਤਤ ਪਾਵਨ, ਤੇਰੇ ਨਾਮ ਨੂੰ ਪਾਵਨ ਕਰਨ ਵਾਲਾ ਕਿਸ ਨੇ ਕਹਿਣਾ ਸੀ। ਇਹਦਾ ਮਤਲਬ ਜੇ ਅਸੀਂ ਪਤਤ ਹਾਂ, ਜੇ ਅਸੀਂ ਪਾਪੀ ਹਾਂ, ਤਾਂ ਹੀ ਤੂੰ ਪਤਤ ਪਾਵਨ ਤੇ ਬਖਸ਼ਣਹਾਰ ਹੈ। ਜੇ ਮੈਂ ਪਾਪੀ ਨਾ ਹੁੰਦਾ, ਜੇ ਮੈਂ ਅਪਰਾਧੀ ਨਾ ਹੁੰਦਾ, ਤੈਨੂੰ ਕਹਿਣਾ ਨਹੀਂ ਸੀ ਕਿਸੇ ਨੇ ਦਿਆਲੂ। ਸੋ ਮੇਰੇ ਕੋਲ ਕੇਵਲ ਗੁਨਾਹ ਹੀ ਗੁਨਾਹ ਨੇ, ਮੇਰੇ ਕੋਲ ਕੇਵਲ ਪਾਪ ਹੀ ਪਾਪ ਨੇ। ਇਸ ਕਰਕੇ ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਬਾਚੇ ਪਰਿਓ ਰਾਖ ਲਿਓ ਇਹ ਬਾਰੀ। ਪ੍ਰਭ ਭਾਵੇ ਤਾਂ ਪਤਤ ਉਧਾਰੇ, ਮਾੜਾ ਇਨਸਾਨ ਵੀ ਤਰ ਜਾਂਦਾ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਏ। ਆਪ ਕਰੇ ਆਪਣ ਵਿਚਾਰੇ। ਇਹ ਸਭ ਕੁਝ ਉਹ ਆਪ ਹੀ ਡਿਸਾਈਡ ਕਰਦਾ। ਆਪ ਕਰੇ ਆਪਣ ਵਿਚਾਰੇ, ਆਪ ਹੀ ਵਿਚਾਰਦਾ, ਆਪ ਹੀ ਦੇਖਦਾ, ਆਪ ਹੀ ਸਮਝਦਾ, ਆਪ ਹੀ ਸੰਭਾਲਦਾ, ਆਪ ਹੀ ਨਿਆਂ ਕਰਦਾ, ਆਦਲ ਅਦਲ ਚਲਾਇੰਦਾ, ਆਪ ਹੀ ਨਿਆਂਕਾਰੀ, ਆਪ ਹੀ ਉਹ ਅਦਾਲਤ ਹੈ, ਆਪ ਹੀ ਉਹ ਜੱਜ ਹੈ ਤੇ ਆਪ ਹੀ ਫੈਸਲਾ ਸੁਣਾਉਂਦਾ। ਆਪ ਕਰੇ ਆਪਣ ਵਿਚਾਰੇ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਲੋਕ ਪਰਲੋਕ ਦਾ ਮਾਲਕ ਹੈ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਜਿੱਥੇ ਅਸੀਂ ਬੈਠੇ ਹਾਂ ਜਾਂ ਜਿੱਧਰ ਫਿਰ ਬਾਅਦ ਵਿੱਚ ਅਸੀਂ ਯਾਤਰਾ ਕਰਨੀ ਹੈ, ਉਹ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਗਸੇ ਅੰਤਰਜਾਮੀ। ਉਹ ਆਪ ਹੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਤੇ ਜਗਤ ਦਾ ਤਮਾਸ਼ਾ ਆਪ ਹੀ ਦੇਖ ਰਿਹਾ ਹੈ। ਜਗਤ ਤਮਾਸ਼ੇ ਨੂੰ, ਜਗਤ ਦੀ ਖੇਡ ਨੂੰ ਆਪ ਹੀ ਉਹ ਦੇਖ ਕੇ ਤੇ ਦੇਖ ਕੇ ਮਹਾਰਾਜ ਜੀ ਕਹਿੰਦੇ ਖੁਸ਼ ਹੁੰਦਾ। ਖੇਲੇ ਬਿਗਸੈ ਅੰਤਰਜਾਮੀ, ਦੇਖ ਦੇਖ ਕੇ ਉਹ ਪ੍ਰਸੰਨ ਵੀ ਹੁੰਦਾ ਹੈ। ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਮਹਾਰਾਜ ਜੀ ਕਹਿੰਦੇ ਜੋ ਉਸ ਨੂੰ ਚੰਗਾ ਲੱਗਦਾ ਉਹੀ ਹੁੰਦਾ, ਜੋ ਉਸ ਨੂੰ ਭਾਵਦਾ ਉਹੀ ਹੋਏਗਾ ਤੇ ਉਹੀ ਜਿਹੜਾ ਮਨਜ਼ੂਰ ਹੋਏਗਾ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਹੇ ਮੇਰੇ ਮਾਲਕ ਮੈਨੂੰ ਉਹਦੇ ਵਰਗਾ ਸਰਬ ਕਲਾ ਸੰਪੂਰਨ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਰਬ ਸ਼ਕਤੀਮਾਨ ਸਰਬ ਕਲਾ ਭਰਪੂਰ ਸਮਰੱਥ ਗੁਰੂ, ਉਹਦੇ ਵਰਗਾ ਮੈਨੂੰ ਹੋਰ ਕੋਈ ਦਿਸਦਾ ਨਹੀਂ। ਇਸ ਕਰਕੇ ਜਿਸ ਦੇ ਵਿੱਚ ਇੰਨੇ ਗੁਣ ਹੋਣ ਉਹਨੂੰ ਆਪਣਾ ਬਣਾ ਲੈਣਾ ਚਾਹੀਦਾ
ਤੇ ਉਹਦਾ ਬਣ ਜਾਣਾ ਚਾਹੀਦਾ ਹੈ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਹਾਰਾਜ ਜੀ ਨੇ ਬੜੀ ਕਿਰਪਾ ਕਰਕੇ ਸਾਨੂੰ ਸਰਵਣ ਕਰਵਾਈ ਹੈ। ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ ਔਰ ਸਾਡਾ ਜੀਵਨ ਜਿਹੜਾ ਸਫਲ ਬਣੇ ਔਰ ਜੀਵਨ ਯਾਤਰਾ ਜਿਹੜੀ ਹੈ ਉਹ ਸਾਡੀ ਸਫਲ ਹੋ ਜਾਏ। ਸੋ ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।